ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਆਪਣਾ ਵਿਸ਼ਾ ਹੈ ਪਿਆਰੀ ਸਾਧ ਸੰਗਤ ਜੀ, ਅਜਾਮਲ ਦੀ ਕਥਾ। ਅੱਜ ਆਪਾਂ ਅਜਾਮਲ ਦੀ ਜੀਵਨੀ ਤੇ ਕਥਾ ਸਰਵਣ ਕਰਾਂਗੇ। ਅਜਾਮਲ ਦੀ ਕਥਾ ਬਹੁਤ ਹੀ ਗਿਆਨ ਦੇਣ ਵਾਲੀ ਹੈ। ਬਹੁਤ ਸਾਰੇ ਲੋਕ ਮਨਮੁਖ ਬਿਰਤੀ ਦੇ ਹੈ, ਬਟ ਆਪਣੇ ਆਪ ਨੂੰ ਕਹਾਉਂਦੇ ਗਿਆਨੀ ਧਿਆਨੀ ਹੈ, ਜਾਂ ਕਥਾਵਾਚਕ ਵੀ ਕਹਾਉਂਦੇ ਆ ਆਪਣੇ ਆਪ ਨੂੰ। ਇਹੋ ਮਨਮੁਖ ਬਿਰਤੀ ਦੇ ਲੋਕ ਕੁਝ ਇਸ ਸਾਖੀ ਨੂੰ, ਅਜਾਮਲ ਦੀ ਸਾਖੀ ਨੂੰ ਜਾਂ ਅਜਾਮਲ ਦੇ ਪ੍ਰਮਾਣ ਨੂੰ ਮਨ ਘੜਤ ਕਹਿੰਦੇ ਹਨ। ਉਹਨਾਂ ਦਾ ਕਹਿਣਾ ਕਿ ਐ ਪ੍ਰਮਾਤਮਾ ਕੋਈ ਬੱਚਾ ਜਿਹੜਾ ਭੁਲੇਖਾ ਖਾ ਜੂਗਾ। ਸੋ ਇਸ ਤਰ੍ਹਾਂ ਦੇ ਖਿਆਲ ਕਰਦੇ ਹਨ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਤੇ ਫਿਰ ਉਹ ਕਹਿੰਦੇ ਸਾਡਾ ਤਾਂ ਸ਼ਬਦੀ ਗੁਰੂ, ਅਸੀਂ ਤਾਂ ਗੁਰਬਾਣੀ ਨੂੰ ਮੰਨਦੇ, ਨਾ ਕਿਸੇ ਸੰਤ ਨੂੰ ਮੰਨਦੇ ਹਾਂ, ਨਾ ਕਿਸੇ ਇਹੋ ਜਿਹੀ ਮਨ ਘੜਤ ਕਹਾਣੀ ਨੂੰ ਮੰਨਦੇ ਹਾਂ। ਪਰ ਸਮਝ ਨਹੀਂ ਆਉਂਦੀ ਕਿ ਇਹੋ ਜਿਹੇ ਲੋਕ ਕੀ ਸਾਬਤ ਕਰਨਾ ਚਾਹੁੰਦੇ ਆ। ਕਿ ਇੱਕ ਪਾਸੇ ਕਹਿੰਦੇ ਅਸੀਂ ਗੁਰਬਾਣੀ ਤੋਂ ਬਿਨਾਂ ਕਿਸੇ ਨੂੰ ਮੰਨਦੇ ਨਹੀਂ, ਤੇ ਇੱਕ ਪਾਸੇ ਕਹਿੰਦੇ ਅਜਾਮਲ ਦੀ ਮਨ ਘੜਤ ਕਹਾਣੀ। ਤੇ ਗੁਰਬਾਣੀ ਨੇ ਤਾਂ ਥਾਂ ਥਾਂ ਤੇ ਹੀ ਅਜਾਮਲ ਦੇ ਪ੍ਰਮਾਣ ਦਿੱਤੇ ਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਬਾਣੀ ਕਿਤੋਂ ਵੀ ਪੜ੍ਹ ਲਓ, ਕਿਸੇ ਨਾ ਕਿਸੇ ਹਰ ਇੱਕ ਦੂਜੇ ਤੀਜੇ ਸ਼ਬਦ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਅਜਾਮਲ ਦਾ ਪ੍ਰਮਾਣ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਅਜਾਮਲ ਦੇ ਪ੍ਰਮਾਣ ਦਿੱਤੇ ਹਨ। ਹੋਰ ਵੀ ਗੁਰਬਾਣੀ 'ਚ ਕਈ ਥਾਵਾਂ ਤੇ ਭਗਤਾਂ ਦੀ ਬਾਣੀ ਦੇ ਵਿੱਚ ਵੀ ਅਜਾਮਲ ਦੇ ਨਾਮ ਦੇ ਪ੍ਰਮਾਣ ਹੈ। ਤਾਂ ਪਤਾ ਨਹੀਂ ਇਹ ਮਨਮੁਖ ਬਿਰਤੀ ਵਾਲੇ ਲੋਕ ਆਪ ਵੀ ਦੁਬਿਧਾ ਵਿੱਚ ਹਨ ਤੇ ਸੰਗਤਾਂ ਨੂੰ ਵੀ ਦੁਬਿਧਾ ਦੇ ਵਿੱਚ ਪਾ ਕੇ ਨਾਸਤਕ ਬਣਾਉਂਦੇ ਆ। ਸੋ ਅਜਾਮਲ ਦੀ ਜਿਹੜੀ ਕਥਾ ਹੈ ਉਹ ਇੱਕ ਤਾਂ ਸੁਣ ਸਾਖੀ ਮਨ ਜਪ ਪਿਆਰ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ, ਗਿਆਨੀ ਨਰੈਣ ਸਿੰਘ ਮੁਝੰਗਾ ਵਾਲੇ ਨੇ। ਇੱਕ ਗ੍ਰੰਥ ਹੈਗਾ ਗਿਆਨੀ ਆਤਮਾ ਸਿੰਘ ਜੀ ਦਾ ਲਿਖਿਆ ਹੋਇਆ, ਸਾਖੀ ਪ੍ਰਮਾਣ ਕਰਕੇ ਕੁਛ ਇਸ ਤਰ੍ਹਾਂ ਹੀ ਹੈ। ਭਗਤਮਾਲ ਸਟੀਕ, ਭਗਤਮਾਲ ਸਟੀਕ ਗ੍ਰੰਥ ਹੈ ਇੱਕ, ਆਤਮਾ ਸਿੰਘ ਗਿਆਨੀ ਜੀ ਦਾ ਲਿਖਿਆ ਹੋਇਆ। ਉਹ ਮਾਘੀ ਰਾਮ ਦੀ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਛਪਿਆ ਹੋਇਆ, ਬਹੁਤ ਪੁਰਾਣਾ ਮੇਰੇ ਕੋਲੇ ਪਿਆ ਹੋਇਆ। ਉਸ ਦਾ ਉਸ ਵੇਲੇ ਦਾ ਮੁੱਲ 1 ਰੁਪਈਆ। ਭਗਤਮਾਲ ਸਟੀਕ ਜਿਹੜੀ ਮਾਘੀ ਰਾਮ ਦੀ ਪ੍ਰਿੰਟਿੰਗ ਪ੍ਰੈਸ ਨੇ ਛਾਪੀ ਹੈ ਉਸ ਵੇਲੇ 'ਚ, ਉਸ ਦਾ ਮੁੱਲ 1 ਰੁਪਈਆ। ਜਿਹੜੀ ਮੇਰੇ ਕੋਲੇ ਗ੍ਰੰਥ ਦੂਜਾ ਪਿਆ ਸੁਣ ਸਾਖੀ ਮਨ ਜਪ ਪਿਆਰ, ਉਹਦੀ ਪ੍ਰਾਈਜ਼ ਉਹਦੇ ਉੱਤੇ 15 ਰੁਪਏ ਲਿਖਿਆ ਹੋਇਆ। ਸੋ ਇਸ ਤਰ੍ਹਾਂ ਪੁਰਾਣੇ ਪੁਰਾਣੇ ਗ੍ਰੰਥ ਮੇਰੇ ਕੋਲੇ ਦਾਸ ਦੇ ਕੋਲੇ ਹੈਗੇ ਆ, ਜਿਨ੍ਹਾਂ ਨੂੰ ਪੜ੍ਹ ਕੇ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੇ ਮੁਤਾਬਕ ਵਿਚਾਰਾਂ ਸਾਂਝੀਆਂ ਕਰਦਾ ਹਾਂ। ਸੋ ਆਓ ਆਪਾਂ ਅਜਾਮਲ ਦੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਗੁਰਬਾਣੀ ਦੇ ਕੁਛ ਪ੍ਰਮਾਣ ਆਪ ਜੀ ਨਾਲ ਸਾਂਝੇ ਕਰਦੇ ਹਾਂ। ਜਿਹੜੇ ਕੁਝ ਲੋਕ ਕਹਿੰਦੇ ਅਸੀਂ ਇਸ ਕਹਾਣੀ ਨੂੰ ਮੰਨਦੇ ਨਹੀਂ, ਮਨ ਘੜਤ ਹੈ। ਜੇ ਇਹ ਕਹਾਣੀ ਮਨ ਘੜਤ ਹੈ ਤੇ ਫਿਰ ਗੁਰਬਾਣੀ ਵਿੱਚ ਦਿੱਤੇ ਪ੍ਰਮਾਣ ਵੀ ਮਨ ਘੜਤ ਹੈ। ਫਿਰ ਤੁਸੀਂ ਗੁਰਬਾਣੀ ਨੂੰ ਸ਼ਬਦ ਗੁਰੂ ਕਿੱਦਾਂ ਮੰਨਦੇ ਹੋ? ਸੋ ਆਓ ਆਪਾਂ ਗੁਰਬਾਣੀ ਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬਸੰਤ ਰਾਗ ਦੇ ਵਿੱਚ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1192 ਦੇ ਉੱਤੇ 1192, ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਦਰਿਆ ਕਹਿ ਏਕ ਬਾਰ। ਇਸ ਸ਼ਬਦ ਵਿੱਚ ਬਹੁਤ ਸਾਰੇ ਭਗਤਾਂ ਦੇ ਪ੍ਰਮਾਣ ਦਿੱਤੇ ਗਏ ਹਨ। ਤੇ ਸਟਾਰਟਿੰਗ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਹਿੰਦੇ ਹਨ ਕਿ ਇਹ ਜਿਹੜੀਆਂ ਸਾਖੀਆਂ ਹਨ, ਸੁਣ ਸਾਖੀ ਮਨ ਜਪ ਪਿਆਰ,
ਹੇ ਮੇਰੇ ਮਨ, ਇਹਨਾਂ ਸਾਖੀਆਂ ਨੂੰ ਬੜੀ ਪਿਆਰ ਦੇ ਨਾਲ ਸੁਣਾ। ਪਹਿਲਾਂ ਉਹ ਅਜਾਮਲ ਤੋਂ ਸ਼ੁਰੂ ਕਰਦੇ ਹਨ। ਅਜਾਮਲ ਉਧਰਿਆ ਕਹਿ ਏਕ ਬਾਰ। ਅਜਾਮਲ ਵਰਗਾ ਪਾਪੀ ਮਨੁੱਖ ਇੱਕ ਵਾਰੀ ਨਾਰਾਇਣ ਕਹਿਣ ਦੇ ਨਾਲ ਹੀ ਤਰ ਗਿਆ। ਉਧਰਿਆ ਮਤਲਬ ਮੁਕਤ ਹੋ ਗਿਆ। ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਰਾਮਕਲੀ ਰਾਗ ਵਿੱਚ ਬਚਨ ਕਰਦੇ ਹਨ। ਅਜਾਮਲ ਕੋ ਅੰਤ ਕਾਲ ਮਹਿ ਨਾਰਾਇਣ ਸੁਧ ਆਈ। ਜਾਗਤ ਕੋ ਜੋਗੀਸਰ ਬਾਛਤ ਸੋ ਗਤ ਛਿਨ ਮਹਿ ਪਾਈ। ਜਿਸ ਦਾ ਅਰਥ ਹੈ ਕਿ ਅਜਾਮਲ ਨੂੰ ਅੰਤ ਕਾਲ ਸਮੇਂ ਪੁੱਤਰ ਦੇ ਮੋਹ ਕਰਕੇ ਸ੍ਰੀ ਨਾਰਾਇਣ ਦਾ ਗਿਆਤ ਹੋਇਆ। ਜਿਸ ਗਤੀ ਨੂੰ ਜਾਂ ਮੋਕਸ਼ ਮੁਕਤੀ ਨੂੰ ਜੋਗੀਸਰ ਭਾਵ ਸ਼ਿਵਜੀ ਆਦਿਕ ਵਰਗੇ ਮਹਾਦੇਵਤੇ ਜੋਗੀ ਰਿਸ਼ੀ ਮੁਨੀ ਪ੍ਰਾਪਤ ਕਰਨ ਵਾਸਤੇ ਅਨੇਕਾਂ ਤਰੀਕਿਆਂ ਨੂੰ ਅਪਣਾਉਂਦੇ ਰਹੇ ਆ, ਕਈ ਤਰ੍ਹਾਂ ਦੇ ਤਪ ਕਰਦੇ ਰਹੇ ਆ। ਉਹ ਗਤੀ ਭਾਵ ਮੁਕਤੀ ਅਜਾਮਲ ਨੇ ਇੱਕ ਛਿਨ ਵਿੱਚ ਪਾ ਲਈ। ਸੋ ਗਤ ਛਿਨ ਮਹਿ ਪਾਈ। ਪਲ ਝਪਕ ਮੂਮੈਂਟਸ। ਸੋ ਇੱਕ ਛਿਨ ਦੇ ਵਿੱਚ ਭਗਤ ਅਜਾਮਲ ਨੇ ਉਹ ਗਤੀ ਨੂੰ ਪਾ ਲਿਆ ਜਿਸ ਮੋਕਸ਼ ਮੁਕਤ ਨੂੰ ਪ੍ਰਾਪਤ ਕਰਨ ਵਾਸਤੇ ਬੜੇ ਬੜੇ ਪਾਪੜ ਬੇਲਣੇ ਪੈਂਦੇ ਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ 1008 ਅੰਗ ਉੱਤੇ ਵੀ ਬਚਨ ਕਰਦੇ ਹਨ। ਹਰ ਕੋ ਨਾਮ ਸਦਾ ਸੁਖਦਾਈ। ਮਾਰੂ ਰਾਗ। ਹਰ ਕੋ ਨਾਮ ਸਦਾ ਸੁਖਦਾਈ। ਜਾ ਕੋ ਸਿਮਰ ਅਜਾਮਲ ਉਧਰਿਓ ਗਨ ਕਾਹੂ ਗਤ ਪਾਈ। ਇਹ ਵੀ ਗੁਰਬਾਣੀ ਦਾ ਬਚਨ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ, ਜਿਸ ਦਾ ਅਰਥ ਹੈ ਕਿ ਇਹ ਭਾਈ ਹਰੀ ਦਾ ਨਾਮ ਸਦਾ ਹੀ ਸੁੱਖ ਦੇਣ ਵਾਲਾ ਹੈ। ਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਰਗਾ ਪਾਪੀ ਤਰ ਗਿਆ ਅਤੇ ਗਣਕਾ ਵਰਗੀ ਵੇਸ਼ਵਾ ਨੇ ਵੀ ਮੁਕਤੀ ਪ੍ਰਾਪਤ ਕਰ ਲਈ। ਸੋ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਅਨੇਕਾਂ ਹੀ ਪ੍ਰਮਾਣ ਹਨ ਅਜਾਮਲ ਦੇ। ਸੋ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਅਜਾਮਲ ਬਾਰੇ ਬਹੁਤ ਕੁਛ ਲਿਖਿਆ ਹੋਇਆ। ਉਹਨਾਂ ਨੇ ਵੀ ਕਈ ਪ੍ਰਮਾਣ ਦਿੱਤੇ ਆ, ਕਈ ਥਾਵਾਂ ਤੇ ਲਿਖਿਆ। ਸੋ ਅਜਾਮਲ ਦੀ ਗਾਥਾ ਆਪਾਂ ਸਰਵਣ ਕਰਦੇ ਹਾਂ। ਜਿਹੜਾ ਅਜਾਮਲ ਸੀ ਉਹ ਬਹੁਤ ਵਿਦਵਾਨ ਸੀ ਤੇ ਬ੍ਰਾਹਮਣ ਜਾਤੀ ਦਾ ਸੀ, ਪਰ ਅਜਾਮਲ 6 ਦੋਸ਼ਾਂ ਕਰਕੇ ਪਾਪੀ ਮੰਨਿਆ ਜਾਂਦਾ। ਸ਼ਾਸਤਰਾਂ ਦੇ ਅਨੁਸਾਰ ਵਿਦਵਾਨ ਲੋਕਾਂ ਨੇ ਅਜਾਮਲ ਨੂੰ 6 ਦੋਸ਼ਾਂ ਕਰਕੇ ਪਾਪੀ ਮੰਨਿਆ। ਸ਼ਾਸਤਰਾਂ ਦੇ ਅਨੁਸਾਰ ਉਹ 6 ਦੋਸ਼ ਇਹ ਹਨ: ਗੁਰੂ ਦੀ ਆਗਿਆ ਭੰਗ ਕੀਤੀ, ਝੂਠ ਬੋਲਿਆ, ਝੂਠ ਖਾਧੀ, ਵੇਸਵਾ ਦਾ ਗਮਨ ਕੀਤਾ, ਭਾਵ ਵੇਸਵਾ ਨਾਲ ਸਰੀਰਕ ਸੰਬੰਧ ਬਣਾਏ। 5 ਨੰਬਰ ਤੇ ਸ਼ਰਾਬ ਪੀਤੀ। 6 ਨੰਬਰ ਤੇ ਨਿਰਲੱਜਤਾ ਕਰਕੇ ਮੰਦ ਕਰਮਾਂ ਤੋਂ ਨਾ ਰੁਕਿਆ। ਇਹ 6 ਦੋਸ਼ ਅਜਾਮਲ ਦੇ ਵਿੱਚ ਪਾਏ ਗਏ। ਇਹਨਾਂ 6 ਦੋਸ਼ਾਂ ਕਰਕੇ ਅਜਾਮਲ ਨੂੰ ਵਿਦਵਾਨ ਪੁਰਸ਼ਾਂ ਨੇ ਸ਼ਾਸਤਰਾਂ ਅਨੁਸਾਰ ਪਾਪੀ ਮੰਨਿਆ। ਸੋ ਆਓ ਹੁਣ ਆਪਾਂ ਅਜਾਮਲ ਦੀ ਗਾਥਾ ਸਰਵਣ ਕਰਦੇ ਹਾਂ। ਸਤਿਗੁਰਾਂ ਜੀ ਦਾ ਬਚਨ ਆਪ ਜੀ ਨੇ ਸਰਵਣ ਕੀਤਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ। ਸੋ ਅਜਾਮਲ ਉਧਰਿਆ ਕਹੇ ਏਕ ਬਾਰ। ਇੱਕ ਵਾਰੀ ਕਹਿ ਕੇ ਨਾਰਾਇਣ ਨਾਰਾਇਣ ਅਜਾਮਲ ਪਾਪੀ ਤਰ ਗਿਆ। ਸੋ ਹੋ ਇਹ ਗੁਰਮੁਖ ਜਨੋ, ਪਿਆਰੀ ਸਾਧ ਸੰਗਤ ਜੀ, ਅਜਾਮਲ ਦੀ ਸਰਵਣ ਹੁਣ ਕਥਾ ਆਪਾਂ ਸਰਵਣ ਕਰਦੇ ਹਾਂ। ਇਸ ਕਥਾ ਦੇ ਸਰਵਣ ਕਰਨ ਵਾਲੇ ਨੂੰ, ਇਸ ਕਥਾ ਨੂੰ ਸੁਣਨ ਵਾਲੇ ਨੂੰ ਕਾਮ ਤੰਗ ਨਹੀਂ ਕਰਦਾ। ਇਹ ਵਿਦਵਾਨ ਪੁਰਸ਼ਾਂ ਨੇ ਨਿਚੋੜ ਕੱਢਿਆ, ਇਹਦਾ ਫਲ ਮਹਾਤਮ ਦੱਸਿਆ ਅਜਾਮਲ ਦੀ ਕਥਾ ਸੁਣਨ ਦਾ, ਕਿ ਅਜਾਮਲ ਦੀ ਕਥਾ ਸੁਣਨ ਵਾਲੇ ਨੂੰ ਕਾਮ ਤੰਗ ਨਹੀਂ ਕਰਦਾ। ਉਹ ਉੱਚੀ ਚਾਲ ਚੱਲਣ ਵਾਲਾ ਬਣ ਜਾਂਦਾ ਹੈ ਅਤੇ ਕਥਾ ਸੁਣਨ ਵਾਲੇ ਦੇ ਸਾਰੇ ਪਾਪ ਝੜ ਜਾਂਦੇ ਹਨ।
ਉਸ ਦੀ ਕਲਿਆਣ ਹੁੰਦੀ ਹੈ, ਉਹ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ। ਅਜਾਮਲ ਇੱਕ ਵੱਡਾ ਪਾਪੀ ਉਸ ਸਮੇਂ ਦੇ ਵਿੱਚ ਮੰਨਿਆ ਗਿਆ ਸੀ। ਉਸ ਸਮੇਂ ਦੇ ਵਿੱਚ ਅਜਾਮਲ ਨੂੰ ਇੱਕ ਵੱਡਾ ਪਾਪੀ ਮੰਨਿਆ ਗਿਆ ਸੀ। ਉਹ ਕਿਉਂ ਪਾਪੀ ਸੀ? ਉਸਨੇ ਕੀ ਕਸੂਰ ਕੀਤਾ ਸੀ? ਤਿਸ ਪ੍ਰਥਾਏ ਆਪਾਂ ਹੁਣ ਉਸ ਦੀ ਕਥਾ ਨੂੰ ਚੰਗੀ ਤਰ੍ਹਾਂ ਸਰਵਣ ਕਰਦੇ ਹਾਂ। ਅਜਾਮਲ ਇੱਕ ਰਾਜ ਬ੍ਰਾਹਮਣ ਦਾ ਪੁੱਤਰ ਸੀ। ਉਸ ਦਾ ਬਾਪ ਰਾਜੇ ਕੋਲ ਪ੍ਰੋਤ ਵੀ ਸੀ ਤੇ ਵਜ਼ੀਰ ਵੀ ਸੀ। ਬੜਾ ਅਕਲ ਵਾਲਾ ਬੰਦਾ ਸੀ ਉਹ। ਉਸ ਦੇ ਸਿਆਣੇ ਹੋਣ ਦੀ ਚਰਚਾ ਸਾਰੇ ਰਾਜ ਦੇ ਵਿੱਚ ਫੈਲੀ ਹੋਈ ਸੀ। ਅਜਾਮਲ ਦੀ ਆਯੂ ਜਦੋਂ 5 ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਪੜ੍ਹਨੇ ਪਾ ਦਿੱਤਾ। ਉਹ ਜਿਸ ਗੁਰੂ ਕੋਲ ਪੜ੍ਹਨ ਲੱਗਾ ਉਹ ਵੀ ਬੜਾ ਸਿਆਣਾ ਸੀ। ਸਿਆਣੇ ਗੁਰੂ ਨੂੰ ਜਦੋਂ ਸਿਆਣਾ ਵਿਦਿਆਰਥੀ ਮਿਲ ਜਾਏ, ਸਿਆਣੇ ਟੀਚਰ ਨੂੰ ਜਦੋਂ ਸਿਆਣਾ ਵਿਦਿਆਰਥੀ ਮਿਲ ਜਾਏ, ਸਟੂਡੈਂਟਸ ਮਿਲ ਜਾਏ ਸਿਆਣਾ, ਤਾਂ ਉਹ ਟੀਚਰ, ਉਹ ਗੁਰੂ ਬਹੁਤ ਖੁਸ਼ ਹੁੰਦਾ ਹੈ। ਐਸੀ ਹੀ ਹਾਲਤ ਅਜਾਮਲ ਦੇ ਗੁਰੂ ਦੀ ਸੀ। ਉਸਨੇ ਦੇਖਿਆ ਕਿ ਅਜਾਮਲ ਦੀ ਜ਼ੁਬਾਨ ਤੇ ਸਰਸਵਤੀ ਬੈਠੀ ਸੀ। ਜੋ ਸ਼ਬਦ ਉਹ ਪੜ੍ਹਦਾ ਜਾਂ ਸੁਣਦਾ ਉਹ ਜਲਦੀ ਵਿੱਚ ਹੀ ਕੰਠ ਕਰ ਲੈਂਦਾ। ਉਸ ਦਾ ਗਲਾ ਬੜਾ ਰਸੀਲਾ ਸੀ। ਜਦੋਂ ਉਹ ਵੇਦ ਮੰਤਰ ਪੜ੍ਹਦਾ ਸੀ ਤਾਂ ਇੱਕ ਅਨੋਖਾ ਜਿਹਾ ਰੰਗ ਵੱਜ ਜਾਂਦਾ ਸੀ। ਉਹ ਬਹੁਤ ਸਿਆਣਾ ਨਿਕਲਿਆ। ਉਸਨੇ 10 ਸਾਲਾਂ ਵਿੱਚ 20 ਸਾਲਾਂ ਜਿੰਨੀ ਵਿੱਦਿਆ ਪ੍ਰਾਪਤ ਕਰ ਲਈ। ਮਤਲਬ ਸ਼ਾਸਤਰਾਂ ਦੇ ਅਨੁਸਾਰ, ਸਨਾਤਨ ਧਰਮ ਦੇ ਅਨੁਸਾਰ 4 ਆਸ਼ਰਮ ਮੰਨੇ ਗਏ ਹਨ। ਬ੍ਰਹਮਚਰਜਾਰਥ, ਗ੍ਰਸਥ ਆਸ਼ਰਮ, ਬਾਣਪ੍ਰਸਤੀ ਆਸ਼ਰਮ, ਸੰਨਿਆਸੀ ਆਸ਼ਰਮ, ਇਹ 4 ਆਸ਼ਰਮ ਮੰਨੇ ਗਏ ਹਨ। ਸੋ ਮਨੁੱਖ ਦੇ ਜੀਵਨ ਦਾ ਪਹਿਲਾ ਹਿੱਸਾ 25 ਸਾਲ ਤੱਕ ਦਾ ਜੋ ਸਾਡੇ ਜੀਵਨ ਦਾ ਹਿੱਸਾ ਹੁੰਦਾ ਪਹਿਲਾ, ਉਸ ਨੂੰ ਬ੍ਰਹਮਚਰਜ ਆਸ਼ਰਮ ਦੇ ਵਿੱਚ ਗਿਣਿਆ ਜਾਂਦਾ, ਯਾਨੀ ਕਿ ਵਿਦਿਆਰਥੀਆਂ ਦੇ ਜੀਵਨ ਵਾਲਾ ਜੀਵਨ ਗਿਣਿਆ ਜਾਂਦਾ ਹੈ। ਸੋ 25 ਸਾਲ ਤੱਕ ਜਿਹੜੇ ਬੱਚੇ ਉਹ ਵਿੱਦਿਆ ਪ੍ਰਾਪਤ ਕਰਦੇ ਆ। ਪਰ ਅਜਾਮਲ ਬਹੁਤ ਸਿਆਣਾ ਤੇ ਸਮਝਦਾਰ ਸੀ, ਬੁੱਧੀ ਵਾਲਾ ਸੀ। ਉਸ ਨੇ ਉਹ ਜੇ 25 ਸਾਲਾਂ ਵਾਲੀ ਵਿੱਦਿਆ 10 ਸਾਲਾਂ ਵਿੱਚ ਹੀ ਪ੍ਰਾਪਤ ਕਰ ਲਈ। ਉਸ ਦੀ ਵਿਦਵਤਾ ਦੀ ਬਹੁਤ ਪ੍ਰਸਿੱਧਤਾ ਹੋਈ। ਦੂਸਰੇ ਆਸ਼ਰਮਾਂ ਦੇ ਵਿੱਚ ਉਸ ਦਾ ਨਾਮ ਚੱਲਣ ਲੱਗਿਆ। ਪਹਿਚਾਣ ਬਣੀ ਕਿ ਛੋਟੀ ਜਿਹੀ ਉਮਰ ਦੇ ਬੱਚੇ ਨੇ ਸਾਰੀ ਵਿੱਦਿਆ ਹਾਸਲ ਕਰ ਲਈ ਹੈ। ਐਸੀ ਪ੍ਰਸਿੱਧਤਾ ਕਰਕੇ ਬਹੁਤ ਸਾਰੇ ਵਿਦਵਾਨ ਲੋਕ ਅਤੇ ਆਸ਼ਰਮਾਂ ਦੇ ਗੁਰੂ ਉਸ ਨੂੰ ਮਿਲਣ ਆਉਂਦੇ ਸਨ। ਇੱਕ ਦਿਨ ਅਜਾਮਲ ਦੇ ਸਿਆਣੇ ਗੁਰੂ ਨੇ ਆਖਿਆ, ਅਜਾਮਲ, ਤੂੰ ਭਾਵੇਂ ਕਿੰਨੀ ਵਿੱਦਿਆ ਹਾਸਲ ਕਰ ਲਈ ਹੈ, ਪਰ ਹਲੇ ਵੀ ਤੂੰ ਸ਼ਿਸ਼ ਹੈ, ਹਲੇ ਵੀ ਤੂੰ ਚੇਲਾ ਹੈ, ਵਿਦਿਆਰਥੀ ਹੈ। ਅਜਾਮਲ ਨੇ ਕਿਹਾ, ਹਾਂ ਗੁਰੂਦੇਵ, ਮੈਂ ਅਜੇ ਸ਼ਿਸ਼ ਹਾਂ, ਪਰ ਮੈਨੂੰ ਕਿੰਨਾ ਕੁ ਚਿਰ ਸ਼ਿਸ਼ ਰਹਿਣਾ ਪੈਣਾ। ਉਸਦੇ ਗੁਰੂ ਨੇ ਕਿਹਾ ਕਿ ਕੋਈ 4 ਸਾਲ ਹੋਰ ਲੱਗਣੇ ਹਨ। ਇਹਨਾਂ 4 ਸਾਲਾਂ ਦੇ ਵਿੱਚ ਤੂੰ 4 ਵੇਦ ਤੇ ਉਪਨਿਸ਼ਦ ਯਾਦ ਕਰ ਲਵੇਂਗਾ, ਪੜ੍ਹ ਲਵੇਂਗਾ ਚੰਗੀ ਤਰ੍ਹਾਂ। ਤਾਂ ਅਜਾਮਲ ਨੇ ਆਖਿਆ, ਠੀਕ ਆ ਗੁਰੂਦੇਵ, ਹੁਣ ਮੇਰੇ ਵਾਸਤੇ ਕੀ ਆਗਿਆ ਹੈ। ਉਸਦੇ ਵਿਦਿਆ ਗੁਰੂ ਨੇ ਅਜਾਮਲ ਵੱਲ ਦੇਖਿਆ ਤੇ ਧਿਆਨ ਨਾਲ ਦੇਖ ਕੇ ਆਖਿਆ, ਅਜਾਮਲ, ਜਦੋਂ ਮੇਰੇ ਵੱਲ ਆਵੇਂ ਜਾਂ ਇੱਥੋਂ ਆਪਣੇ ਘਰ ਨੂੰ ਜਾਵੇਂ ਤਾਂ ਨਗਰੀ ਤੋਂ ਬਾਹਰ ਜਾਇਆ ਕਰ। ਨਗਰੀ ਵਿੱਚ ਕਦੀ ਨਹੀਂ ਵੜਨਾ, ਕਿਉਂਕਿ ਅਜੇ ਤੇਰੇ ਬਸਤਰ ਵਿਦਿਆਰਥੀਆਂ ਵਾਲੇ ਆ, ਤੇਰੇ ਕੱਪੜੇ ਸਟੂਡੈਂਟਸ ਵਾਲੇ ਆ, ਹੈ ਨਾ। ਆਪਾਂ ਨੂੰ ਅੱਜ ਵੀ ਬੱਚਿਆਂ ਦੀਆਂ ਜੋ ਯੂਨੀਫਾਰਮਸ ਵਗੈਰਾ ਪਾਉਂਦੇ ਆ ਤਾਂ ਉਹ ਇੱਕ ਨਿਸ਼ਾਨੀ ਹੁੰਦੀ ਵੀ ਇਹ ਵਿਦਿਆਰਥੀ ਹੈ, ਸਿੱਖ ਰਿਹਾ, ਹਾਲੇ ਸਟੂਡੈਂਟਸ ਹੈ। ਸੋ ਉਦੋਂ 25 ਸਾਲ ਤੱਕ, ਜਦ ਤੱਕ ਬ੍ਰਹਮਚਾਰੀ ਜੀਵਨ ਬਤੀਤ ਕਰਦੇ ਸੀ ਬੱਚੇ, ਆਸ਼ਰਮਾਂ ਵਿੱਚ ਵਿੱਦਿਆ ਹਾਸਲ ਕਰਦੇ ਸੀ, ਤਾਂ ਉਹਨਾਂ ਦੇ
ਆਸ਼ਰਮਾਂ ਦੇ ਮੁਤਾਬਕ ਉਹ ਗੇਰੂ ਰੰਗੇ ਕੱਪੜੇ ਜਾਂ ਹੋਰ ਤਰ੍ਹਾਂ ਦੇ ਕੱਪੜੇ ਪਵਾਏ ਜਾਂਦੇ ਸਨ ਵਿਦਿਆਰਥੀਆਂ ਵਾਲੇ। ਇਸ ਵਾਸਤੇ ਉਸਦੇ ਗੁਰੂ ਨੇ ਕਿਹਾ ਕਿ ਹਲੇ ਤੇਰੇ ਵਿਦਿਆਰਥੀਆਂ ਵਾਲੇ ਵਸਤਰ ਪਾਏ ਹੋਏ ਹਨ, ਇਸ ਕਰਕੇ ਤੂੰ ਸ਼ਹਿਰ ਦੇ ਵਿੱਚ ਦੀ ਨਾ ਜਾਇਆ ਕਰ, ਬਾਰ-ਬਾਰ ਜਾਇਆ ਕਰ, ਬਾਰ-ਬਾਰ ਆਇਆ ਕਰ। ਗੁਰੂ ਦੀ ਆਗਿਆ ਦਾ ਪਾਲਣ ਤੈਨੂੰ ਇਸ ਤਰ੍ਹਾਂ ਕਰਨਾ ਪਵੇਗਾ। ਅਗਰ ਜੇ ਤੂੰ ਆਗਿਆ ਦਾ ਪਾਲਣ ਨਾ ਕਰੇਗਾ ਤਾਂ ਫਿਰ ਜੀਵਨ ਦੇ ਵਿੱਚ ਦੁੱਖ ਪਾਏਗਾ। ਸੁਖੀ ਉਹ ਹੀ ਰਹਿੰਦਾ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ, ਕਿਉਂਕਿ ਗੁਰੂ ਨੂੰ ਹਰ ਪ੍ਰਕਾਰ ਦੇ ਗਿਆਨ ਅਤੇ ਕਰਮ ਦਾ ਗਿਆਨ ਹੁੰਦਾ ਹੈ। ਅਜਾਮਲ ਨੇ ਕਿਹਾ, ਹੇ ਗੁਰੂਦੇਵ, ਭਲਾ ਮੈਂ ਇਹ ਪੁੱਛ ਸਕਦਾ ਕਿ ਆਪ ਮੈਨੂੰ ਸ਼ਹਿਰ ਵਿੱਚੋਂ ਵੜਨੋਂ ਕਿਉਂ ਰੋਕਦੇ ਹੋ? ਇਸ ਤਰ੍ਹਾਂ ਸੁਣ ਕੇ ਉਸ ਦੇ ਗੁਰੂ ਨੇ ਕਿਹਾ ਕਿ ਬਸ ਨਗਰੀ ਤੋਂ ਬਾਰ-ਬਾਰ ਆਇਆ ਕਰ ਤੇ ਬਾਰ-ਬਾਰ ਜਾਇਆ ਕਰ, ਤੇਰੇ ਵਾਸਤੇ ਇਹੋ ਹੀ ਸ਼ੁਭ ਕਰਮ ਹੈ, ਹੋਰ ਕੁਝ ਨਾ ਕਿਹਾ। ਅਜਾਮਲ ਨੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ। ਉਹ ਸ਼ਹਿਰੋਂ ਬਾਹਰ ਹੀ ਆਉਂਦਾ ਤੇ ਸ਼ਹਿਰੋਂ ਬਾਰ-ਬਾਰ ਹੀ ਆਪਣੇ ਘਰ ਵਾਪਸ ਜਾਂਦਾ। ਨਾ ਉਹ ਕਿਸੇ ਨਾਲ ਗੱਲ ਹੀ ਕਰਦਾ ਸੀ, ਨਾ ਕਿਸੇ ਨੂੰ ਦੱਸਦਾ ਸੀ। ਕਿਸੇ ਦੇ ਪੁੱਛਣ ਤੇ ਕਿ ਜੋ ਕੋਈ ਪੁੱਛਦਾ ਕਿ ਤੂੰ ਸ਼ਹਿਰ ਵਿੱਚ ਦੀ ਕਿਉਂ ਨਹੀਂ ਜਾਂਦਾ, ਨੇੜੇ ਪੈਂਦਾ, ਤਾਂ ਉਹ ਕਿਸੇ ਨੂੰ ਇਹ ਗੱਲ ਨਹੀਂ ਦੱਸਦਾ ਸੀ ਕਿ ਮੈਨੂੰ ਮੇਰੇ ਗੁਰੂ ਨੇ ਮਨਾ ਕੀਤਾ। ਇਸੇ ਤਰ੍ਹਾਂ ਕੁਝ ਸਾਲ ਬੀਤ ਗਏ। ਉਹ ਵਿੱਦਿਆ ਪੜ੍ਹਦਾ ਰਿਹਾ ਤੇ ਪੜ੍ਹਦੇ ਪੜ੍ਹਦੇ ਦੀ ਉਸ ਦੀ ਉਮਰ 20 ਸਾਲ ਦੀ ਹੋ ਗਈ। ਦਰਸ਼ਨੀ ਜਵਾਨ ਨਿਕਲਿਆ, ਸੋਹਣਾ ਸੁੰਦਰ ਨਿਕਲਿਆ, ਨੇਤਰਾਂ ਵਿੱਚ ਜਵਾਨੀ ਦੇ ਡੋਰੇ ਦਿਖਾਈ ਦੇਣ ਲੱਗੇ। ਉਸ ਦੀ ਵਿੱਦਿਆ ਪੂਰੀ ਹੋਣ ਵਾਲੀ ਹੀ ਸੀ ਅਤੇ ਉਸ ਤੋਂ ਬਾਅਦ ਉਸਨੇ ਗੁਰੂ ਦੀਖਿਆ ਦੇ ਕੇ ਆਪਣੇ ਗੁਰੂ ਨੂੰ ਗੁਰੂ ਦੀਖਿਆ ਦੇ ਕੇ ਆਜ਼ਾਦ ਹੋ ਜਾਣਾ ਸੀ। ਪਰ ਇੱਕ ਦਿਨ ਉਸਦੇ ਆਪਣੇ ਮਨ ਦੇ ਨਾਲ ਉਸਦਾ ਆਪਣਾ ਹੀ ਝਗੜਾ ਹੋ ਗਿਆ। ਉਸਦਾ ਮਨ ਕਵੇ ਕਿ ਗੁਰੂ ਦੀ ਆਗਿਆ ਦਾ ਪਾਲਣ ਉਲੰਘਣ ਕਰਕੇ, ਗੁਰੂ ਦੀ ਆਗਿਆ ਦਾ ਉਲੰਘਣ ਕਰਕੇ ਨਗਰੀ ਦੇ ਵਿੱਚੋਂ ਦੀ ਜਾਣਾ ਹੀ ਠੀਕ ਹੈ। ਆਖਰ ਇਹ ਤਾਂ ਦੇਖਿਆ ਜਾਏ ਕਿ ਗੁਰੂ ਜੀ ਨਗਰੀ ਦੇ ਵਿੱਚੋਂ ਬਾਜ਼ਾਰ ਵਿੱਚੋਂ ਦੀ ਜਾਣਾ ਕਿਉਂ ਰੋਕਦੇ ਹਨ। ਫਿਰ ਉਸ ਦਾ ਦੂਜਾ ਮਨ ਕਹਿੰਦਾ ਸੀ ਕਿ ਅਜਾਮਲ, ਗੁਰੂ ਦੀ ਆਗਿਆ ਭੰਗ ਕਰਨੀ ਨਰਕਾਂ ਦਾ ਭਾਗੀ ਹੋਣ ਵਾਲੀ ਗੱਲ ਹੈ। ਅੱਗੇ ਜੇ ਗੁਰੂ ਦੀ ਆਗਿਆ ਭੰਗ ਕਰ ਦਿੱਤੀ ਤਾਂ ਬਹੁਤ ਦੁੱਖ ਪਾਵੇਂਗਾ। ਫਿਰ ਉਸ ਦਾ ਦੂਜਾ ਮਨ ਕਹਿੰਦਾ, ਫਿਰ ਉਸ ਦੇ ਪਹਿਲੇ ਮਨ ਨੇ ਕਿਹਾ, ਦੇਖੀ ਜਾਏਗੀ, ਆਪਾਂ ਨਗਰੀ ਵਿੱਚ ਦੀ ਹੀ ਜਾਂਦੇ ਹਾਂ। ਸੋ ਅਜਾਮਲ ਆਪਣੇ ਮਨ ਦੇ ਅੱਗੇ ਹਾਰ ਗਿਆ ਤੇ ਮਨ ਨੇ ਅਜਾਮਲ ਦੇ ਬੁੱਧੀ ਦੇ ਉੱਤੇ ਆਪਣਾ ਪ੍ਰਭਾਵ ਪਾ ਲਿਆ। ਅਜਾਮਲ ਨੇ ਦਿਲ ਤਕੜਾ ਕੀਤਾ ਤੇ ਉਹ ਵਿਦਿਆ ਗੁਰੂ ਕੋਲੋਂ ਉੱਠ ਕੇ ਉਸ ਰਸਤੇ ਨੂੰ ਛੱਡ ਤੁਰਿਆ ਜਿਸ ਰਸਤੇ ਉਹ ਰੋਜ਼ ਘਰ ਜਾਂਦਾ ਹੁੰਦਾ ਸੀ ਤੇ ਅਣਡਿੱਠੇ ਰਸਤੇ ਵੱਲ ਹੋ ਤੁਰਿਆ। ਅਜਾਮਲ ਦੇ ਗੁਰੂ ਨੇ ਉਸ ਨੂੰ ਇਸ ਕਰਕੇ ਸ਼ਹਿਰੋਂ ਦਾਖਲ ਹੋਣੋਂ ਰੋਕਿਆ ਸੀ ਕਿ ਸ਼ਹਿਰ ਵਿੱਚ ਮਾਇਆ ਦਾ ਪਸਾਰਾ ਹੈ। ਧਨ ਤੇ ਰੂਪ ਦੇ ਚਮਤਕਾਰ ਐਸੇ ਹਨ ਜਿਨ੍ਹਾਂ ਵੱਲ ਜਵਾਨ ਮਨ ਛੇਤੀ ਹੀ ਖਿੱਚਿਆ ਜਾਂਦਾ ਹੈ। ਜਵਾਨ ਨੂੰ ਗਿਆਨ ਪੂਰਨ ਨਹੀਂ ਹੁੰਦਾ, ਉਹ ਹਲੇ ਗਿਆਨੀ ਹੁੰਦਾ ਹੋਇਆ ਵੀ ਅਗਿਆਨੀ ਹੁੰਦਾ ਹੈ। ਗੁਰੂ ਦੇ ਆਸ਼ਰਮ ਤੋਂ ਅਗਲਾ ਦਰਵਾਜ਼ਾ ਹੀ ਵੇਸਵਾ ਨਗਰੀ ਦਾ ਸੀ। ਉਸ ਮਹੱਲੇ ਵਿੱਚ ਵੇਸਵਾਵਾਂ ਬੈਠਦੀਆਂ ਅਤੇ ਜਵਾਨ ਪੁਰਸ਼ਾਂ ਨੂੰ ਆਪਣੇ ਵੱਸ ਵਿੱਚ ਕਰਦੀਆਂ ਸਨ। ਐਸੀ ਹਵਾ ਤੋਂ ਬਚਾਉਣ ਵਾਸਤੇ ਉਸਦੇ ਗੁਰੂ ਨੇ ਅਜਾਮਲ ਨੂੰ ਰੋਕਿਆ ਸੀ। ਉਸ ਦਾ ਗੁਰੂ ਚਾਹੁੰਦਾ ਸੀ ਕਿ ਬਸ ਇਹ ਰਾਜ ਪੰਡਤ ਬਣ ਜਾਏ ਇੱਕ ਵਾਰ ਵਿਦਿਆ ਹਾਸਲ ਕਰਕੇ। ਜਦੋਂ ਵਿਆਹ ਹੋ ਗਿਆ ਤਾਂ ਮੁੜ ਇਹ ਕਿਸੇ ਪਾਸੇ ਖਿੱਚਿਆ ਨਹੀਂ ਜਾਣਾ। ਐਸਾ ਹੀ ਉਸ ਦੇ ਗੁਰੂ ਦਾ ਖਿਆਲ ਸੀ, ਕਿਉਂਕਿ ਗੁਰੂ ਵਾਸਤੇ ਚੇਲਾ ਪੁੱਤਰ ਸਮਾਨ ਹੁੰਦਾ ਹੈ। ਉਸ ਦਾ ਖਿਆਲ ਰੱਖਣਾ ਗੁਰੂ ਦਾ ਫਰਜ਼ ਅਤੇ ਧਰਮ ਹੁੰਦਾ ਹੈ।
ਚੇਲੇ ਜਾਂ ਸ਼ਿਸ਼ ਦਾ ਵੀ ਧਰਮ ਹੈ ਕਿ ਉਹ ਗੁਰੂ ਦੀ ਸੇਵਾ ਕਰੇ, ਉਸ ਦੀ ਆਗਿਆ ਦਾ ਪਾਲਣ ਕਰੇ। ਅਜਾਮਲ ਗੁਰੂ ਕੋਲੋਂ ਤੁਰਨ ਲੱਗਾ ਤਾਂ ਗੁਰੂ ਨੇ ਇੱਕ ਵਾਰ ਫਿਰ ਯਾਦ ਕਰਾਇਆ, ਅਜਾਮਲ ਸ਼ਹਿਰੋਂ ਬਾਹਰ ਜਾਈ। ਅਜਾਮਲ ਨੇ ਕਿਹਾ, ਬਹੁਤ ਚੰਗਾ ਗੁਰੂਦੇਵ। ਇਹ ਆਖ ਕੇ ਅਜਾਮਲ ਉੱਥੋਂ ਤੁਰ ਪਿਆ। ਪਰ ਆਸ਼ਰਮ ਵਿੱਚੋਂ ਨਿਕਲ ਕੇ ਉਹ ਨਗਰੀ ਦੇ ਅੰਦਰਲੇ ਦਰਵਾਜ਼ੇ ਵੱਲ ਹੋ ਤੁਰਿਆ, ਬਾਜ਼ਾਰ ਵੱਲ ਹੋ ਤੁਰਿਆ। ਉਹ ਜਿਉਂ ਹੀ ਦਰਵਾਜ਼ੇ ਦੇ ਅੰਦਰ ਹੋਇਆ, ਤਿਉਂ ਹੀ ਉਸ ਨਗਰੀ ਦੀ ਮਹਿਮਾ ਓਪਰੀ ਅਤੇ ਅਨੋਖੀ ਲੱਗੀ, ਮਨ ਨੂੰ ਖਿੱਚ ਲੈਣ ਵਾਲੀ ਲੱਗੀ। ਰੰਗਾ ਰੰਗ ਦੀ ਲੀਲਾ ਸੀ, ਰੌਣਕ ਸੀ। ਸਭ ਤੋਂ ਵੱਧ ਗੱਲ ਇਹ ਸੀ ਕਿ ਸੁੰਦਰ ਨਾਰੀਆਂ ਆਪਣੇ ਹਾਵਾਂ ਭਾਵਾਂ ਕਰਕੇ ਇੱਧਰ ਉੱਧਰ ਤੁਰੀਆਂ ਫਿਰਦੀਆਂ ਸਨ ਅਤੇ ਦੂਸਰੇ ਮਰਦਾਂ ਨੂੰ ਆਪਣੇ ਵੱਲ ਪ੍ਰੇਰ ਰਹੀਆਂ ਸਨ। ਉਹਨਾਂ ਸੁੰਦਰ ਇਸਤਰੀਆਂ ਵੱਲ ਤੱਕਦਾ ਹੋਇਆ ਅਜਾਮਲ ਆਪਣੇ ਘਰ ਨੂੰ ਚਲਾ ਗਿਆ। ਘਰ ਜਾ ਕੇ ਉਸ ਦਾ ਮਨ ਪੜ੍ਹਨ ਅਤੇ ਪਾਠ ਕੰਠ ਕਰਨ ਵਿੱਚ ਨਾ ਲੱਗਾ। ਜਿਵੇਂ ਸਾਨੂੰ ਵੀ ਸਕੂਲ ਦੇ ਵਿੱਚ ਹੋਮਵਰਕ ਮਿਲਦਾ, ਟੀਚਰ ਸਾਨੂੰ ਕਹਿੰਦੇ ਇਹਨੂੰ ਯਾਦ ਕਰਕੇ ਆਉਣਾ। ਯਾਦ ਦਾ ਮਤਲਬ ਹੁੰਦਾ ਕੰਠ ਕਰਨਾ। ਤਾਂ ਜਿਹੜੀ ਚੀਜ਼ਾਂ ਉਹਨੇ, ਜਿਹੜੀ ਬਾਣੀ, ਜਿਹੜੇ ਮੰਤਰ ਉਸਨੇ ਕੰਠ ਕਰਨੇ ਸਨ, ਉਹਨਾਂ ਨੂੰ ਕੰਠ ਕਰਨ ਦੇ ਵਿੱਚ ਉਹਦਾ ਮਨ ਨਾ ਲੱਗਾ। ਉਹ ਤਾਂ ਉਚਾਟ ਜਿਹਾ ਹੋ ਗਿਆ ਅਤੇ ਜੋ ਕੁਝ ਦੇਖਿਆ ਸੀ ਵਾਰ-ਵਾਰ ਉਹੀ ਉਹਦੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗਾ। ਰਾਤ ਨੂੰ ਸੁੱਤਾ ਵੀ, ਨੀਂਦ ਵੀ ਆਈ, ਪਰ ਸੁਪਨੇ ਹੀ ਆਉਂਦੇ ਰਹੇ। ਜੋ ਕੁਛ ਉਸਨੇ ਦਿਨੇ ਦੇਖਿਆ ਸੀ ਉਹ ਸਭ ਕੁਝ ਸੁਪਨਿਆਂ ਵਿੱਚ ਹੀ ਦੇਖਦਾ ਰਿਹਾ। ਸਵੇਰੇ ਜਦੋਂ ਉੱਠਿਆ ਤਾਂ ਉਹਦੀਆਂ ਅੱਖਾਂ ਵਿੱਚ ਹਾਲੇ ਵੀ ਨੀਂਦ ਰੜਕ ਰਹੀ ਸੀ। ਇਸ਼ਨਾਨ ਕੀਤਾ, ਤਿਆਰ ਹੋ ਕੇ ਜਦੋਂ ਗੁਰੂ ਕੋਲ ਪੁੱਜਾ ਤਾਂ ਉਸਦੇ ਗੁਰੂ ਨੇ ਉਸਦੀਆਂ ਅੱਖਾਂ ਲਾਲ ਦੇਖੀਆਂ ਅਤੇ ਅਜਾਮਲ ਨੂੰ ਆਖਿਆ, ਅਜਾਮਲ ਤੂੰ ਰਾਤ ਸੁੱਤਾ ਨਹੀਂ, ਕੀ ਗੱਲ ਹੈ? ਅਜਾਮਲ ਨੇ ਕਿਹਾ, ਗੁਰੂਦੇਵ ਸੁੱਤਾ ਸਾਂ। ਉਸਦੇ ਗੁਰੂ ਨੇ ਕਿਹਾ, ਨਹੀਂ, ਫਿਰ ਤੇਰੀਆਂ ਅੱਖਾਂ ਲਾਲ ਕਿਉਂ ਹਨ ਅਤੇ ਤੇਰਾ ਮਨ ਵੀ ਥੋੜਾ ਉਚਾਟ ਲੱਗ ਰਿਹਾ, ਤੂੰ ਥੋੜਾ ਡਿਸਟਰਬ ਲੱਗਦਾ। ਅਜਾਮਲ ਨੇ ਕਿਹਾ, ਪਤਾ ਨਹੀਂ ਗੁਰੂਦੇਵ ਕੀ ਗੱਲ ਹੈ। ਫਿਰ ਉਸਦੇ ਗੁਰੂ ਨੇ ਪੁੱਛਿਆ, ਕੱਲ ਤੂੰ ਨਗਰੀ ਤੋਂ ਬਾਹਰ ਗਿਆ ਸੀ ਤੇ ਬਾਰ ਹੀ ਆਇਆ? ਅਜਾਮਲ ਨੇ ਪਹਿਲਾਂ ਤਾਂ ਗੁਰੂ ਦੀ ਇਹ ਆਗਿਆ ਭੰਗ ਕੀਤੀ ਸੀ, ਉਸ ਦਾ ਬਚਨ ਨਹੀਂ ਮੰਨਿਆ ਸੀ। ਤੇ ਦੂਜੀ ਗਲਤੀ ਫੇਰ ਹੁਣ ਅਜਾਮਲ ਨੇ ਇਹ ਕਰ ਦਿੱਤੀ ਕਿ ਆਪਣੇ ਗੁਰੂ ਦੇ ਕੋਲੇ ਝੂਠ ਬੋਲ ਦਿੱਤਾ। ਉਸਨੇ ਝੂਠ ਬੋਲਦਿਆਂ ਹੋਇਆਂ ਆਖਿਆ, ਹਾਂ ਗੁਰੂਦੇਵ, ਮੈਂ ਕੱਲ ਬਾਰ ਦੀ ਹੀ ਗਿਆ ਸੀ ਅਤੇ ਹੁਣ ਵੀ ਬਾਰ ਦੀ ਹੀ ਆਇਆ ਹਾਂ। ਇਸ ਤਰ੍ਹਾਂ ਅਜਾਮਲ ਨੇ ਦੋ ਦੋਸ਼ ਕੀਤੇ, ਦੋ ਗਲਤੀਆਂ ਕੀਤੀਆਂ, ਦੋ ਗੁਨਾਹ ਕੀਤੇ ਉਸਨੇ। ਇੱਕ ਤਾਂ ਆਪਣੇ ਗੁਰੂ ਦੀ ਆਗਿਆ ਭੰਗ ਕੀਤੀ, ਦੂਜਾ ਆਪਣੇ ਗੁਰੂ ਕੋਲ ਝੂਠ ਬੋਲਿਆ। ਪਰ ਇਹ ਝੂਠ ਬੋਲਣ ਲੱਗਿਆ ਉਸਦੀ ਆਤਮਾ ਕੰਬ ਗਈ, ਕਿਉਂਕਿ ਪਹਿਲਾ ਝੂਠ ਹਮੇਸ਼ਾ ਹੀ ਬੰਦੇ ਨੂੰ ਡਰਾਉਂਦਾ ਹੈ। ਹੌਲੀ ਜਦੋਂ ਬੰਦੇ ਨੂੰ ਝੂਠ ਬੋਲਣ ਦੀ ਆਦਤ ਪੈ ਜਾਵੇ, ਫਿਰ ਉਸ ਤੇ ਸਾਰੀਆਂ ਗੱਲਾਂ ਉਹਦੇ ਵਾਸਤੇ ਨੋਰਮਲ ਜੀਆਂ ਹੋ ਜਾਂਦੀਆਂ। ਝੂਠ ਬੋਲਣਾ ਉਸ ਨੂੰ ਕੋਈ ਵੱਡੀ ਗੱਲ ਨਹੀਂ ਲੱਗਦੀ ਹੁੰਦੀ। ਕੋਈ ਵੀ ਕੰਮ ਪਹਿਲਾਂ ਕਰੀਏ ਤਾਂ ਆਤਮਾ ਕੰਬਦੀ ਹੈ। ਅੱਜ ਉਸਨੇ ਪਹਿਲਾ ਝੂਠ ਬੋਲਿਆ ਸੀ ਤੇ ਇਹ ਝੂਠ ਬੋਲਣ ਲੱਗਿਆ ਉਸਦੀ ਆਤਮਾ ਕੰਬ ਗਈ। ਉਸ ਦਿਨ ਪੜ੍ਹਨ ਵਿੱਚ ਉਸਦਾ ਮਨ ਨਾ ਲੱਗਾ। ਉਸ ਕੋਲੋਂ ਦੋ ਦੋਸ਼ ਹੋ ਗਏ ਸਨ। ਉਹਨਾਂ ਦਾ ਵੀ ਨਿਰਮਲ ਮਨ ਉੱਤੇ ਬਹੁਤ ਭਾਰ ਪਿਆ ਸੀ ਦੋਵਾਂ ਦੋਸ਼ਾਂ ਦਾ। ਦੂਸਰਾ, ਅੱਖਾਂ ਦੇ ਅੱਗੇ ਨਗਰੀ ਦੇ ਨਜ਼ਾਰੇ ਸਨ, ਉਹ ਪਾਠ ਨਹੀਂ ਕਰਨ ਦਿੰਦੇ ਸਨ। ਵਾਰ ਉਹੀ ਨਜ਼ਾਰੇ ਸਾਹਮਣੇ ਆਉਂਦੇ ਸਨ, ਇਸਤਰੀਆਂ ਦਿਖਾਈ ਦਿੰਦੀਆਂ ਸਨ। ਜਿਵੇਂ ਕਿਵੇਂ ਉਸਨੇ ਆਪਣਾ ਸਮਾਂ ਬਤੀਤ ਕੀਤਾ ਆਸ਼ਰਮ ਦੇ ਵਿੱਚ। ਜਦੋਂ ਛੁੱਟੀ ਮਿਲੀ ਤਾਂ ਉਹ ਫਿਰ ਨਗਰੀ ਦੇ ਰਸਤੇ ਤੁਰ ਪਿਆ। ਉਹ ਨਗਰੀ ਦੀ ਵਾਸ਼ਨਾ ਭਰੀ ਮਹਿਮਾ ਦੇਖਦਾ ਰਿਹਾ। ਦੇਖਦਾ ਆਪਣੇ ਘਰ ਚਲਾ ਗਿਆ।
ਇਸ ਤਰ੍ਹਾਂ 10-12 ਦਿਨ ਬੀਤ ਗਏ। ਉਹ ਰੋਜ਼ ਨਗਰੀ ਦੇ ਵਿੱਚ ਦੀ ਜਾਂਦਾ ਤੇ ਬਾਜ਼ਾਰ ਦੇ ਨਗਰੀ ਦੇ ਵਿੱਚ ਦੀ ਹੀ ਆਸ਼ਰਮ ਵਿੱਚ ਆਉਂਦਾ। ਨਾਰੀ ਰੂਪ ਲੀਲਾ ਨੇ ਉਸ ਦੇ ਮਨ ਉੱਤੇ ਆਪਣਾ ਅਸਰ ਕਰ ਦਿੱਤਾ। ਜਾਦੂ ਵਰਗੇ ਅਸਰ ਦੇ ਨਾਲ ਅਜਾਮਲ ਦਾ ਮਨ ਡੋਲਣ ਲੱਗਾ। ਜਦੋਂ ਮਨ ਡੋਲ ਜਾਏ ਤਾਂ ਬੰਦਾ ਛੇਤੀ ਹੀ ਸ਼ਿਕਾਰੀ ਬਣ ਜਾਂਦਾ ਹੈ। ਇੱਕ ਮਨ ਹੀ ਹੈ ਜੋ ਬੰਦੇ ਨੂੰ ਮਜ਼ਬੂਤ ਕਰਕੇ ਰੱਖਦਾ ਹੈ, ਪਰ ਜਦੋਂ ਮਨ ਕਰਕੇ ਬੰਦਾ ਕਮਜ਼ੋਰ ਪੈ ਜਾਏ ਨਾ ਤੇ ਵਿਸ਼ੇ ਵਿਕਾਰ ਜਲਦੀ ਘੇਰ ਲੈਂਦੇ ਬੰਦੇ ਨੂੰ। ਮਨੁੱਖ ਵਿਸ਼ੇ ਵਿਕਾਰਾਂ ਦਾ ਸ਼ਿਕਾਰੀ ਬਣ ਜਾਂਦਾ ਹੈ। ਇੱਕ ਦਿਨ ਇੱਕ ਰੂਪਵਤੀ ਨੌਜਵਾਨ ਲੜਕੀ ਨੇ ਜੋ 16-17 ਸਾਲ ਦੀ ਸੀ, 16-17 ਸਾਲ ਦੀ ਨੌਜਵਾਨ ਵੇਸ਼ਵਾ ਨੇ ਅਜਾਮਲ ਦੀ ਬਾਂਹ ਫੜ ਲਈ ਤੇ ਉਸ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਬੁਰੇ ਕਰਮਾਂ ਵੱਲ, ਪਾਪ ਕਰਮਾਂ ਵੱਲ ਪ੍ਰੇਰ ਲਿਆ। ਆਪਣੇ ਕਮਰੇ ਵਿੱਚ ਲੈ ਗਏ। ਉਹ ਬਹੁਤ ਚਿਰ, ਅਜਾਮਲ ਬਹੁਤ ਚਿਰ ਉਸ ਦੇ ਕੋਠੇ ਵਿੱਚ ਉਹਦੇ ਕੋਲੇ ਬੈਠਾ ਰਿਹਾ, ਭੋਗ ਵਿਲਾਸ ਵਿੱਚ ਰੁੱਝ ਗਿਆ ਅਤੇ ਉਸ ਦੇ ਨਾਲ ਬੈਠ ਕੇ ਸ਼ਰਾਬ ਪੀਤੀ। ਹੁਣ ਉਹਨਾਂ ਨਜ਼ਾਰਿਆਂ ਦੇ ਵਿੱਚ ਗਵਾਚੇ ਹੋਏ ਅਜਾਮਲ ਨੂੰ ਆਪਣਾ ਘਰ ਤੇ ਬਾਹਰ ਦੀ ਦੁਨੀਆ ਹੋਰ ਹੀ ਹੋਰ ਲੱਗਣ ਲੱਗੀ। ਉਸ ਨੂੰ ਨੀਂਦ ਨਾ ਆਈ। ਸਵੇਰੇ ਵਿੱਦਿਆ ਪੜ੍ਹਨ ਵਾਸਤੇ ਆਪਣੇ ਗੁਰੂ ਦੇ ਆਸ਼ਰਮ ਵਿੱਚ ਵੇਲੇ ਸਿਰ ਨਾ ਜਾ ਸਕਿਆ, ਲੇਟ ਹੋ ਗਿਆ। ਪਹਿਲਾਂ ਅਜਾਮਲ ਨੇ 2 ਦੋਸ਼ ਕੀਤੇ ਸਨ। ਇੱਕ ਤਾਂ ਗੁਰੂ ਦੀ ਆਗਿਆ ਭੰਗ ਕੀਤੀ ਸੀ ਤੇ ਦੂਜਾ ਝੂਠ ਬੋਲਿਆ ਸੀ। ਹੁਣ ਉਸਨੇ 2 ਹੋਰ ਪਾਪ ਕਰ ਲਏ ਸਨ। ਇੱਕ ਤਾਂ ਵੇਸਵਾ ਦੀ ਝੂਠ ਖਾਧੀ ਤੇ ਦੂਸਰਾ ਪਰ ਨਾਰੀ ਗਮਨ ਕੀਤਾ। ਇੱਕ ਤਾਂ ਉਸਨੇ ਝੂਠ ਖਾਧੀ, ਝੂਠ ਖਾਣੀ, ਤੇ ਦੂਜਾ ਪਰ ਨਾਰੀ ਗਮਨ ਕਰਨਾ। ਇਹ 2 ਪਾਪ ਉਸਨੇ ਹੋਰ ਕਰ ਲਏ ਸਨ। ਕਾਮ ਵਾਸ਼ਨਾ ਵੱਲ ਵੱਧ ਗਿਆ। ਵੇਸਵਾ ਦਾ ਝੂਠਾ ਭੋਜਨ ਉਸਨੇ ਖਾ ਲਿਆ। 4 ਹੀ ਮਹਾਨ ਦੋਸ਼ਾਂ ਨੇ ਉਸ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਉਹ ਗੁਰੂ ਕੋਲ ਜਾਂਦਾ ਤਾਂ ਸੀ, ਪਰ ਨਾ ਪਾਠ ਹੁੰਦਾ ਸੀ, ਨਾ ਮੰਤਰ ਯਾਦ ਹੁੰਦੇ ਸਨ, ਤੇ ਨਾ ਹੀ ਉਸ ਦਾ ਮਨ ਲੱਗਦਾ ਸੀ। ਸਿਆਣਾ ਤੇ ਵਿਦਿਆਵਾਨ ਗੁਰੂ ਅਜਾਮਲ ਦੀ ਇਸ ਹਾਲਤ ਨੂੰ ਜਾਣ ਗਿਆ, ਪਰ ਮਨ ਦੀ ਤਸੱਲੀ ਕਰਨ ਲਈ ਇੱਕ ਦਿਨ ਆਪਣੇ ਸ਼ਿਸ਼ ਅਜਾਮਲ ਦੇ ਪਿੱਛੇ ਪਿੱਛੇ ਉਹ ਗਿਆ ਤਾਂ ਉਸਦੇ ਗੁਰੂ ਨੇ ਦੇਖਿਆ ਆਪਣੀਆਂ ਅੱਖਾਂ ਨਾਲ ਕਿ ਅਜਾਮਲ ਬਾਜ਼ਾਰ ਵਿੱਚ ਚਲਾ ਗਿਆ ਤੇ ਵੇਸ਼ਵਾ ਦੇ ਅੰਦਰ ਜਾ ਵੜਿਆ। ਇਹ ਦੇਖ ਕੇ ਅਜਾਮਲ ਦਾ ਗੁਰੂ ਪਿੱਛੇ ਮੁੜ ਆਇਆ ਤੇ ਬੜਾ ਬੇਚੈਨ ਹੋ ਗਿਆ। ਅਗਲੇ ਦਿਨ ਅਜਾਮਲ ਆਇਆ ਤਾਂ ਉਸਦੇ ਗੁਰੂ ਨੇ ਆਖਿਆ, ਅਜਾਮਲ ਜਾਓ, ਹੁਣ ਤੁਸੀਂ ਜਾਓ, ਤੁਸਾਂ ਨੇ ਜੋ ਪੜ੍ਹਨਾ ਸੀ ਉਹ ਪੜ੍ਹ ਲਿਆ। ਇਹ ਆਖ ਕੇ ਉਸਦੇ ਗੁਰੂ ਨੇ ਅਜਾਮਲ ਨੂੰ ਘਰ ਤੋਰ ਦਿੱਤਾ ਅਤੇ ਉਸਦੇ ਬਾਪ ਨੂੰ ਸੱਦ ਕੇ ਆਖਿਆ ਕਿ ਅਜਾਮਲ ਦਾ ਵਿਆਹ ਕਰ ਦਿਓ, ਇਸ ਦਾ ਕੁਆਰਾ ਰਹਿਣਾ ਯੋਗ ਨਹੀਂ ਹੈ। ਅਜਾਮਲ ਦਾ ਪਿਤਾ ਰਾਜ ਪੰਡਤ ਸੀ, ਉਸ ਵਾਸਤੇ ਇਹ ਕੰਮ ਕਰਨਾ ਕੋਈ ਬਹੁਤਾ ਔਖਾ ਨਹੀਂ ਸੀ। ਉਸਨੇ ਜਲਦੀ ਨਾਲ ਲੜਕੀ ਵੇਖੀ ਤੇ ਝਟਪਟ ਥੋੜੇ ਦਿਨਾਂ ਵਿੱਚ ਹੀ ਅਜਾਮਲ ਦਾ ਵਿਆਹ ਕਰ ਦਿੱਤਾ। ਅਜਾਮਲ ਦਾ ਵਿਆਹ ਹੋ ਗਿਆ। ਘਰ ਸੁੰਦਰ, ਗੁਣਵੰਤੀ ਤੇ ਜਵਾਨ ਇਸਤਰੀ ਆ ਗਈ। ਉਸਦੇ ਨਾਲ ਅਜਾਮਲ ਰਹਿਣ ਲੱਗਾ, ਪਰ ਅਜਾਮਲ ਦਾ ਮਨ ਚੰਚਲ ਹੀ ਰਿਹਾ। ਉਹ ਘਰ ਦੀ ਇਸਤਰੀ ਕੋਲੋਂ ਨਾ ਤ੍ਰਿਪਤਿਆ, ਵੇਸਵਾ ਦੇ ਦੁਆਰੇ ਜਾਂਦਾ ਰਿਹਾ। ਰੋਜ਼ ਜਾਇਆ ਕਰੇ, ਉਸਨੂੰ ਉਹ ਖੁਸ਼ੀ ਘਰ ਵਿੱਚੋਂ ਨਾ ਮਿਲਿਆ ਕਰੇ। ਹੌਲੀ ਹੌਲੀ
ਉਸ ਦਾ ਵੇਸਵਾ ਕੋਲ ਜਾਣਾ ਲੁਕ ਨਾ ਸਕਿਆ। ਕੁਝ ਲੋਕਾਂ ਕੋਲ ਪ੍ਰਗਟ ਹੋ ਗਿਆ ਤੇ ਲੋਕਾਂ ਦੇ ਰਾਹੀਂ, ਕੁਝ ਕੁ ਲੋਕਾਂ ਦੇ ਰਾਹੀਂ ਗੱਲ ਹੁੰਦੀ ਹਵਾਉਂਦੀ ਉਹਨਾਂ ਦੇ ਘਰ ਪਹੁੰਚ ਗਏ। ਘਰ ਤੋਂ ਗੱਲ ਉਸ ਦੀ ਪਤਨੀ ਤੱਕ ਵੀ ਪਹੁੰਚ ਗਈ। ਉਸ ਦੀ ਪਤਨੀ ਨੇ ਬੜਾ ਯਤਨ ਕੀਤਾ ਕਿ ਉਹ ਉਸਦੇ ਕੋਲੇ ਹੀ ਰਹੇ, ਅਜਾਮਲ ਉਸਦੇ ਕੋਲੇ ਹੀ ਰਹੇ। ਉਸਨੇ ਅਜਾਮਲ ਨੂੰ ਪ੍ਰਸੰਨ ਕਰਨ ਵਾਸਤੇ, ਆਪਣੇ ਵਸ ਵਿੱਚ ਕਰਨ ਵਾਸਤੇ, ਆਪਣੇ ਕੋਲ ਰੱਖਣ ਵਾਸਤੇ 16 ਤਰ੍ਹਾਂ ਦੇ ਸ਼ਿੰਗਾਰ ਵੀ ਕੀਤੇ। ਉਹ ਅਜਾਮਲ ਦੇ ਸਾਹਮਣੇ ਨੱਚੀ ਵੀ, ਗੀਤ ਵੀ ਗਾਏ, ਉਸ ਨੂੰ ਪ੍ਰਸੰਨ ਕਰਨ ਦਾ ਯਤਨ ਕੀਤਾ। ਪਰ ਅਜਾਮਲ ਦਾ ਪਾਪੀ ਮਨ ਨਾ ਪਸੀਜਿਆ। ਵੇਸਵਾ ਦੀ ਝੂਠ ਤੇ ਸ਼ਰਾਬ ਨੇ ਉਸ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਸੀ। ਉਸ ਸਤਵੰਤੀ ਨਾਰੀ ਯਤਨ ਕਰਕੇ ਹਾਰ ਗਈ ਵਿਚਾਰੀ। ਅਜਾਮਲ ਉਸ ਕੋਲ ਨਾ ਠਹਿਰ ਸਕਿਆ। ਉਸਨੇ ਬਹੁਤ ਯਤਨ ਕੀਤੇ। ਕੁਝ ਸਮੇਂ ਬਾਅਦ ਅਜਾਮਲ ਦਾ ਬਾਪ ਪਰਲੋਕ ਗਮਨ ਕਰ ਗਿਆ। ਉਸ ਦੇ ਪਿੱਛੋਂ ਰਾਜੇ ਨੇ ਅਜਾਮਲ ਨੂੰ ਰਾਜ ਪੰਡਿਤ ਬਣਾ ਦਿੱਤਾ। ਰਾਜ ਪੰਡਿਤ ਬਣ ਜਾਣ ਤੇ ਉਸ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ। ਉਹ ਧਰਮ, ਸਮਾਜ ਤੇ ਰਾਜ ਦਾ ਆਗੂ ਬਣ ਗਿਆ। ਦੌਲਤ ਵੀ ਆ ਗਈ। ਦੌਲਤ ਦੀ ਕੋਈ ਕਮੀ ਨਾ ਰਹੀ ਘਰ ਦੇ ਵਿੱਚ। ਫੇਰ ਵੀ ਧਨ ਦੌਲਤ ਦੇ ਸੁੱਖ ਨੂੰ ਦੇਖਦਿਆਂ ਹੋਇਆਂ ਅਤੇ ਸਮਾਜਿਕ ਤੇ ਰਾਜ ਸਭਾ ਦੇ ਅਹੁਦੇ ਨੂੰ ਦੇਖਦਿਆਂ ਹੋਇਆਂ ਅਜਾਮਲ ਨੇ ਰੱਤੀ ਭਰ ਨਾ ਸੋਚਿਆ ਕਿ ਉਹ ਇਹ ਕੀ ਕਰਮ ਕਰ ਰਿਹਾ। ਵੇਸਵਾ ਕੋਲੇ ਜਾਣਾ ਉਸਨੇ ਜਾਰੀ ਰੱਖਿਆ। ਉਹ ਸੋਚਦਾ ਵੀ ਕਿਵੇਂ। 5 ਦੋਸ਼ ਉਸ ਦੇ ਪਿੱਛੇ ਲੱਗ ਗਏ ਸਨ। ਇੱਕ ਤਾਂ ਗੁਰੂ ਦੀ ਆਗਿਆ ਭੰਗ ਕਰਨਾ, ਦੂਜਾ ਝੂਠ ਬੋਲਣਾ, ਤੀਜਾ ਝੂਠ ਖਾਣੀ, ਚੌਥਾ ਸ਼ਰਾਬ ਪੀਣੀ, ਪੰਜਵਾਂ ਦੋਸ਼ ਵੇਸਵਾ ਨਾਲ ਗਮਨ ਕਰਨਾ, ਵੇਸਵਾ ਨਾਲ ਸੰਬੰਧ ਬਣਾਉਣੇ। ਇਹ 5 ਦੋਸ਼ ਉਸ ਦੇ ਸਰੀਰ ਵਿੱਚ ਸਮਾ ਗਏ ਸਨ ਤੇ ਇਹ ਉਸ ਦਾ ਪਿੱਛਾ ਨਹੀਂ ਛੱਡਦੇ ਸਨ। ਇਸ ਕਰਕੇ ਉਸ ਨੂੰ ਰਾਜ ਸਭਾ ਦਾ ਅਹੁਦਾ, ਸਮਾਜ ਦਾ ਅਹੁਦਾ ਤੇ ਧਨ ਦੌਲਤ ਦਾ ਸੁੱਖ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ। ਉਸਨੇ ਉੱਚ ਪਦਵੀ ਮਿਲਣ ਤੇ ਵੀ ਵੇਸਵਾ ਦੇ ਜਾਣਾ ਨਾ ਛੱਡਿਆ। ਸ਼ਹਿਰ ਵਿੱਚ ਆਮ ਚਰਚਾ ਹੋਣ ਲੱਗ ਪਈ ਇਸ ਗੱਲ ਦੀ। ਜੋ ਗੱਲ ਲੁਕੀ ਸੀ ਉਹ ਫਿਰ ਪ੍ਰਗਟ ਹੋ ਗਈ। ਕੁਝ ਲੋਕਾਂ ਨੇ ਸ਼ੁਰੂ ਵਿੱਚ ਦੇਖਿਆ ਸੀ ਤੇ ਅਜਾਮਲ ਦੇ ਪਿਤਾ ਦੀ ਸ਼ਰਮ ਕਰਕੇ ਉਹਨਾਂ ਨੇ ਉਸ ਗੱਲ ਨੂੰ ਉੱਥੇ ਹੀ ਦਬਾ ਲਿਆ ਸੀ। ਪਰ ਉਸਦੇ ਪਿਤਾ ਤੋਂ ਬਾਅਦ, ਉੱਚੇ ਅਹੁਦੇ ਜਾਣ ਤੋਂ ਬਾਅਦ ਅਜਾਮਲ ਫਿਰ ਵੀ ਜਾਣੋਂ ਨਾ ਰੁਕਿਆ, ਜਿਸ ਕਰਕੇ ਉਹ ਗੱਲ ਲੁਕੀ ਨਾ ਰਹੀ ਅਤੇ ਸਾਰੇ ਲੋਕਾਂ ਵਿੱਚ ਪ੍ਰਗਟ ਹੋ ਗਈ। ਇਸ ਤਰ੍ਹਾਂ ਪ੍ਰਗਟ ਹੋ ਗਈ ਜਿਵੇਂ ਸੂਰਜ ਚੜ੍ਹਨ ਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ, ਸਾਰਿਆਂ ਦੇ ਵਿਹੜੇ ਵਿੱਚ ਧੁੱਪ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਅਜਾਮਲ ਦਾ ਇਹ ਗੁਨਾਹ ਸਾਰੇ ਲੋਕਾਂ ਵਿੱਚ ਪ੍ਰਗਟ ਹੋ ਗਿਆ। ਫਿਰ ਉਸਦਾ ਹੌਲੀ ਹੌਲੀ ਇੱਕ ਨਵੀਂ ਵੇਸਵਾ ਦੇ ਨਾਲ ਪਿਆਰ ਪੈ ਗਿਆ। ਉਸ ਵੇਸਵਾ ਦਾ ਨਾਮ ਸੀ ਕਲਾਵੰਤੀ। ਉਹ ਕਲਾਵੰਤੀ ਬੜੀ ਹੀ ਸੁੰਦਰ ਸੀ, ਪਾਪਾਂ ਦੀ ਪੁਤਲੀ ਸੀ, ਮਾਇਆ ਦਾ ਹੀ ਰੂਪ ਸਮਝੋ, ਮਾਇਆ ਦਾ ਦੂਜਾ ਰੂਪ ਸੀ। ਉਹ ਇਤਨੀ ਸੁੰਦਰ ਸੀ। ਉਹ ਇੱਕ ਦਿਨ ਅਜਾਮਲ ਨੂੰ ਰਾਜੇ ਨੇ ਆਪਣੇ ਪਾਸ ਸੱਦਿਆ ਤੇ ਪੁੱਛਿਆ, ਅਜਾਮਲ ਤੁਸੀਂ ਰਾਜ ਪੰਡਿਤ ਹੋ? ਅਜਾਮਲ ਨੇ ਕਿਹਾ, ਹਾਂ ਮਹਾਰਾਜ। ਰਾਜੇ ਨੇ ਕਿਹਾ ਕਿ ਤੁਸਾਂ ਵਿਰੁੱਧ ਇੱਕ ਦੋਸ਼ ਲੱਗਾ। ਅਜਾਮਲ ਕਹਿੰਦਾ, ਕੀ ਦੋਸ਼ ਹੈ ਮਹਾਰਾਜ? ਰਾਜੇ ਨੇ ਕਿਹਾ ਕਿ ਤੁਸੀਂ ਕਲਾਵੰਤੀ ਵੇਸਵਾ ਦੇ ਕੋਲ ਜਾਂਦੇ ਹੋ, ਮਦਰਾ ਪੀਂਦੇ ਹੋ ਤੇ ਰੰਗ ਰਲੀਆਂ ਮਾਣਦੇ ਹੋ। ਅਜਾਮਲ ਕਹਿੰਦਾ, ਸੱਚ ਹੈ ਮਹਾਰਾਜ, ਇਸ ਵਿੱਚ ਰਤਾ ਝੂਠ ਨਹੀਂ ਹੈ। ਮੈਂ ਕਲਾਵੰਤੀ ਕੋਲ ਜਾਂਦਾ ਹਾਂ, ਉਸ ਨਾਲ ਮੇਰਾ ਪਿਆਰ ਹੈ ਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਹੈ, ਉਹ ਵੀ ਮੈਨੂੰ ਆਪਣਾ ਪਤੀ ਮੰਨਦੀ ਹੈ। ਰਾਜੇ ਨੇ ਕਿਹਾ, ਪਰ ਇਹ ਵੀ ਪਤਾ ਹੈ ਨਾ ਕਿ ਰਾਜ ਪੰਡਿਤ ਐਸਾ ਕੋਈ ਕਰਮ ਨਹੀਂ ਕਰ ਸਕਦਾ ਜੋ ਰਾਜ ਵਿੱਚ
ਬਦਨਾਮੀ ਦਾ ਕਾਰਨ ਬਣੇ ਤੇ ਪਰਜਾ ਤੇ ਬੁਰਾ ਅਸਰ ਪਵੇ। ਅਜਾਮਲ ਕਹਿੰਦਾ ਹਾਂ ਮਹਾਰਾਜ ਪਤਾ ਹੈ। ਤਾਂ ਰਾਜੇ ਨੇ ਕਿਹਾ ਫਿਰ ਤੁਸੀਂ ਕਿਉਂ ਜਾਂਦੇ ਹੋ? ਕੀ ਤੁਸੀਂ ਆਪਣੀ ਬਦਨਾਮੀ ਆਪ ਨਹੀਂ ਸੁਣੀ? ਅਜਾਮਲ ਕਹਿੰਦਾ ਹਾਂ ਮਹਾਰਾਜ ਸੁਣੀ ਹੈ, ਪਰ ਮੈਂ ਮਜਬੂਰ ਹਾਂ। ਮੈਂ ਕਲਾਵੰਤੀ ਨੂੰ ਛੱਡ ਨਹੀਂ ਸਕਦਾ, ਉਸਦੇ ਰੂਪ ਨੇ ਮੈਨੂੰ ਮੋਹ ਲਿਆ ਹੈ। ਹੁਣ ਅਜਾਮਲ ਆਪਣੇ ਦੋਸ਼ਾਂ ਦੇ ਵਿੱਚ ਹੋਰ ਅੱਗੇ ਵੱਧ ਗਿਆ। ਹੁਣ 5 ਦੋਸ਼ਾਂ ਤੋਂ ਬਾਅਦ ਉਸਨੇ ਨਿਰਲੱਜਤਾ ਵਾਲਾ ਦੋਸ਼ ਵੀ ਕਰ ਲਿਆ। ਉਹ ਨਿਰਲੱਜ ਵੀ ਹੋ ਗਿਆ ਤੇ ਬੜੀ ਨਿਰਲੱਜਤਾ ਦੇ ਨਾਲ ਉਹ ਰਾਜਾ ਦੇ ਸਾਹਮਣੇ ਬੋਲ ਰਿਹਾ ਸੀ। ਜਿਸ ਕੋਲ ਨਿਰਲੱਜਤਾ ਆ ਜਾਏ ਉਸ ਕੋਲ ਹੋਰ ਕੁਝ ਪੱਲੇ ਨਹੀਂ ਰਹਿੰਦਾ। ਨਿਰਲੱਜਤਾ ਸਭ ਤੋਂ ਮਹਾਨ ਦੋਸ਼ ਤੇ ਪਾਪ ਹੈ। ਰਾਜਾ ਸਿਆਣਾ ਸੀ, ਉਸਦੀ ਆਯੂ ਅਜਾਮਲ ਦੇ ਬਾਪ ਜਿੰਨੀ ਸੀ। ਉਹ ਜਾਣ ਗਿਆ ਕਿ ਉਸਦਾ ਰਾਜ ਪੰਡਤ ਪਾਪਾਂ ਦਾ ਭਾਗੀ ਬਣ ਗਿਆ। ਪਾਪ ਇਸ ਨੂੰ ਚੰਗੇ ਲੱਗ ਰਹੇ ਹਨ। ਫਿਰ ਉਸਨੇ ਅਜਾਮਲ ਨੂੰ ਕਿਹਾ ਕਿ ਜੇ ਤੁਸਾਂ ਦੀ ਗੱਲ ਠੀਕ ਹੈ ਕਿ ਉਹ ਹੁਣ ਤੁਸਾਂ ਨੂੰ ਪਤੀ ਮੰਨ ਬੈਠੀ ਹੈ, ਕਲਾਵੰਤੀ ਹੁਣ ਤੁਹਾਨੂੰ ਪਤੀ ਮੰਨ ਬੈਠੀ ਹੈ, ਤਾਂ ਤੁਸੀਂ ਉਸ ਨੂੰ ਵਿਆਹ ਕੇ ਆਪਣੇ ਘਰ ਲੈ ਜਾਓ। ਘਰ ਰਹੇਗੀ ਤਾਂ ਲੋਕਾਂ ਨੂੰ ਪਤਾ ਨਹੀਂ ਲੱਗੇਗਾ ਅਤੇ ਉਹ ਇੱਕ ਗ੍ਰਹਿਸਥਨ ਬਣ ਜਾਏਗੀ, ਇੱਕ ਘਰ ਦੀ ਮਾਲਕ, ਘਰ ਰਹਿਣ ਵਾਲੀ ਬਣ ਜਾਏਗੀ, ਕੋਠੇ ਤੋਂ ਚਲੀ ਜਾਏਗੀ। ਕੋਠੇ ਤੇ ਜਾਣ ਕਰਕੇ ਤੇਰੀ ਬਦਨਾਮੀ ਹੁੰਦੀ ਹੈ। ਉਸ ਨੂੰ ਵਿਆਹ ਕੇ ਪਤਨੀ ਬਣਾ ਕੇ ਆਪਣੇ ਘਰ ਲੈ ਜਾ। ਜਿੰਨਾ ਚਿਰ ਉਹ ਵੇਸਵਾ ਹੈ ਉਹਨਾਂ ਚਿਰ ਤੇਰੇ ਵਾਸਤੇ ਬਦਨਾਮੀ ਦਾ ਕਾਰਨ ਹੈ। ਜਦ ਉਹ ਤੇਰੀ ਪਤਨੀ ਰੂਪ ਹੋ ਕੇ ਤੇਰੇ ਘਰ ਚਲੀ ਜਾਏਗੀ ਤਾਂ ਫਿਰ ਉਹ ਵੇਸਵਾ ਨਹੀਂ ਰਹੇਗੀ, ਤੇਰੀ ਪਤਨੀ ਬਣ ਜਾਏਗੀ। ਤੂੰ ਇਸ ਤਰ੍ਹਾਂ ਕਰ, ਕਿਉਂਕਿ ਕਰਮ ਕਰਨਾ ਵੀ ਥਾਂ ਹੀ ਚੰਗਾ ਲੱਗਦਾ। ਜਿਸ ਥਾਂ ਤੇ ਕਰਮ ਕਰੀਏ ਉਹੋ ਜਿਹਾ ਹੀ ਸਮਾਜ ਉੱਤੇ ਪ੍ਰਭਾਵ ਪੈਂਦਾ ਹੈ। ਇਹ ਕਰਮ ਤੂੰ ਆਪਣੇ ਘਰ ਕਰੇਗਾ ਤਾਂ ਤੂੰ ਇੱਕ ਚੰਗਾ ਗ੍ਰਸਤੀ ਕਹਿਲਾਏਗਾ। ਥਾਂ ਸਿਰ ਹੀ ਕਈ ਚੀਜ਼ਾਂ ਸ਼ੋਭਾ ਦਿੰਦੀਆਂ ਹਨ। ਆਪ ਰਾਜ ਪੰਡਤ ਹੋ, ਰਾਜ ਪੰਡਤ ਨੂੰ ਸ਼ੋਭਾ ਨਹੀਂ ਦਿੰਦਾ ਕਿ ਉਹ ਵੇਸਵਾ ਦੇ ਬਾਜ਼ਾਰ ਵਿੱਚ ਜਾਏ। ਅਜਾਮਲ ਨੇ ਕਿਹਾ ਬੜੀ ਨਿਰਲੱਜਤਾ ਦੇ ਨਾਲ ਕਿਹਾ, ਮਹਾਰਾਜ ਉਸ ਨੂੰ ਮੈਂ ਘਰ ਨਹੀਂ ਲਿਜਾ ਸਕਦਾ ਅਤੇ ਨਾ ਹੀ ਮੈਂ ਉਸ ਨੂੰ ਛੱਡ ਸਕਦਾ। ਰਾਜੇ ਨੇ ਪੁੱਛਿਆ ਇਹ ਤੇਰਾ ਪੱਕਾ ਫੈਸਲਾ ਹੈ? ਕਹਿੰਦਾ ਹਾਂ ਮਹਾਰਾਜ ਮੇਰਾ ਪੱਕਾ ਫੈਸਲਾ ਹੈ। ਰਾਜੇ ਨੇ ਕਿਹਾ ਤੂੰ ਚੰਗੀ ਤਰ੍ਹਾਂ ਸੋਚ ਲਿਆ? ਅਜਾਮਲ ਕਹਿੰਦਾ ਹਾਂ ਜੀ ਮੈਂ ਚੰਗੀ ਤਰ੍ਹਾਂ ਸੋਚ ਲਿਆ। ਤਾਂ ਰਾਜੇ ਨੇ ਕਿਹਾ ਦੇਖੋ ਅਜਾਮਲ, ਅੱਜ ਤੋਂ ਨਹੀਂ, ਹੁਣੇ ਤੂੰ ਰਾਜ ਪੰਡਤ ਨਹੀਂ ਰਿਹਾ। ਤੇਰੇ ਵਿੱਚ ਖਾਮੀਆਂ ਹਨ ਜੋ ਰਾਜ ਦਰਬਾਰ ਵੱਲੋਂ ਤੈਨੂੰ ਦੱਸੀਆਂ ਜਾਂਦੀਆਂ ਹਨ ਤੇ ਤੇਰੇ ਤੇ ਲਾਈਆਂ ਜਾਂਦੀਆਂ ਹਨ। ਤੈਨੂੰ ਇਹਨਾਂ ਖਾਮੀਆਂ ਕਰਕੇ ਦੋਸ਼ੀ ਮੰਨਿਆ ਜਾਂਦਾ ਹੈ। ਇਹ ਖਾਮੀਆਂ ਹਨ ਤੇਰੇ ਵਿੱਚ ਕਿ ਤੂੰ ਗੁਰੂ ਦੀ ਆਗਿਆ ਭੰਗ ਕੀਤੀ ਹੈ, ਝੂਠ ਬੋਲਿਆ, ਝੂਠ ਖਾਧੀ ਹੈ, ਵੇਸਵਾ ਦਾ ਗਮਨ ਕੀਤਾ, ਸ਼ਰਾਬ ਪੀਤੀ ਹੈ ਤੇ ਨਿਰਲੱਜਤਾ ਨਾਲ ਮੰਦੇ ਕਰਮਾਂ ਵਾਲੇ ਪਾਸੇ ਰੁਕਣ ਤੋਂ ਨਾ ਕੀਤੀ ਹੈ। ਐਸੇ ਦੋਸ਼ ਹੁੰਦਿਆਂ ਹੋਇਆਂ ਤੁਸੀਂ ਰਾਜ ਪੰਡਤ ਰਹਿਣ ਦੇ ਅਧਿਕਾਰੀ ਨਹੀਂ ਹੋ। ਤੁਸਾਂ ਨੂੰ ਰਾਜ ਦਰਬਾਰ ਵੱਲੋਂ ਸ਼ਹਿਰੋਂ ਬਾਹਰ ਕੱਢਿਆ ਜਾਂਦਾ ਹੈ। ਤੁਹਾਡੀ ਸਾਰੀ ਜਾਇਦਾਦ ਰਾਜ ਮਹਿਲ ਤੋਂ ਜੋ ਤੁਹਾਨੂੰ ਪ੍ਰਾਪਤ ਹੋਇਆ, ਜੋ ਤੁਹਾਡੇ ਕੋਲ ਹੈ ਜਾਂ ਤੁਹਾਡੀ ਜਾਇਦਾਦ ਹੈ, ਉਹ ਤੁਸਾਂ ਦੀ ਪਤਨੀ ਨੂੰ ਤੇ ਤੁਹਾਡੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਅੱਗੇ ਤੋਂ ਸ਼ਹਿਰ ਵਿੱਚ ਨਹੀਂ ਤੂੰ ਵੜ ਸਕਦਾ। ਕਲਾਵੰਤੀ ਨੂੰ ਵੀ ਸ਼ਹਿਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਬਸ ਇਹ ਰਾਜ ਦਰਬਾਰ ਦਾ ਤੇ ਮੇਰਾ ਹੁਕਮ ਹੈ। ਇਸ ਹੁਕਮ ਦੇ ਉੱਤੇ ਕੋਈ ਅਪੀਲ ਦਲੀਲ ਨਹੀਂ ਹੈ, ਹੋਰ ਕੋਈ ਵਸੀਲਾ ਵੀ ਲਾਗੂ ਨਹੀਂ ਹੋਣਾ। ਸੋ ਤੁਸੀਂ ਹੁਣੇ ਹੀ ਇਸ ਰਾਜ ਦਰਬਾਰ ਦਾ ਤਿਆਗ ਕਰ ਜਾਓ। ਰਾਜੇ ਦੇ ਹੁਕਮ ਨੂੰ ਸੁਣ ਕੇ
ਰਾਜ ਦਰਬਾਰੀ ਅਤੇ ਅਹਿਲਕਾਰਕ ਸਭ ਘਬਰਾ ਗਏ। ਪਰ ਅਜਾਮਲ ਉੱਤੇ ਇਸ ਗੱਲ ਦਾ ਕੋਈ ਵੀ ਅਸਰ ਨਾ ਹੋਇਆ। ਉਸੇ ਵੇਲੇ ਰਾਜਦੂਤਾਂ ਨੇ ਅਜਾਮਲ ਨੂੰ ਰਾਜ ਮਹਿਲਾਂ ਵਿੱਚੋਂ, ਰਾਜ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਉਸ ਨੂੰ ਸ਼ਹਿਰ ਵਿੱਚੋਂ ਵੀ ਬਾਹਰ ਕੱਢ ਦਿੱਤਾ। ਅਜਾਮਲ ਦੀ ਇਸਤਰੀ ਨੇ ਜਦੋਂ ਇਹ ਹੁਕਮ ਸੁਣਿਆ ਤਾਂ ਉਹ ਬਹੁਤ ਦੁਖੀ ਹੋਈ, ਪਰ ਰਾਜੇ ਦਾ ਹੁਕਮ ਟਾਲਣਾ ਵੀ ਔਖਾ ਸੀ। ਨਗਰ ਵਾਸੀ ਵੀ ਹੈਰਾਨ ਹੋਏ, ਪਰ ਅਜਾਮਲ ਨੂੰ ਕੋਈ ਵੀ ਰੋਕ ਨਾ ਸਕਿਆ। ਅਜਾਮਲ ਨੇ ਕਲਾਵੰਤੀ ਨੂੰ ਆਪਣੇ ਨਾਲ ਲੈ ਕੇ ਸ਼ਹਿਰੋਂ ਬਾਹਰ ਇੱਕ ਛੰਨ ਬਣਾ ਲਈ, ਝੌਂਪੜੀ ਬਣਾ ਲਈ। ਕਲਾਵੰਤੀ ਦਾ ਸਾਰਾ ਸਮਾਨ ਉਸ ਝੌਂਪੜੀ ਵਿੱਚ ਪਹੁੰਚ ਗਿਆ। ਉਹ ਗਰੀਬਾਂ ਤੇ ਅਛੂਤਾਂ ਦੇ ਵਿੱਚ ਰਹਿਣ ਲੱਗੇ। ਰਾਤ ਦਿਨੇ ਭੋਗ ਵਿਲਾਸ ਵਿੱਚ ਖਚਿਤ ਹੋ ਗਏ। ਸਮਾਂ ਪਾ ਕੇ ਉਹਨਾਂ ਦੇ 4 ਬੱਚੇ ਹੋਏ। ਉਹਨਾਂ ਬੱਚਿਆਂ ਲਈ ਅੰਨ ਕੱਪੜੇ ਦਾ ਪ੍ਰਬੰਧ ਕਰਨਾ ਉਹਨਾਂ ਵਾਸਤੇ ਬਹੁਤ ਔਖਾ ਸੀ। ਰਾਜੇ ਦਾ ਹੁਕਮ ਸੀ ਕਿ ਤੁਸੀਂ ਸ਼ਹਿਰ ਵਿੱਚ ਨਹੀਂ ਵੜ ਸਕਦੇ, ਤੇ ਸ਼ਹਿਰ ਦੇ ਸਾਰੇ ਲੋਕ ਉਸ ਨੂੰ ਅਜਾਮਲ ਪਾਪੀ ਆਖਣ ਲੱਗ ਗਏ ਸਨ। ਸ਼ਹਿਰ ਵਿੱਚ ਨਾ ਜਾਣ ਕਰਕੇ ਅਜਾਮਲ ਜੰਗਲ ਵਿੱਚ ਜਾਂਦਾ ਤੇ ਰੋਜ਼ ਚਿੜੀਆਂ, ਕਬੂਤਰ, ਪੰਛੀਆਂ ਨੂੰ ਮਾਰ ਕੇ ਲਿਆਉਂਦਾ, ਤੇ ਇਸ ਤਰ੍ਹਾਂ ਉਹ ਆਪਣਾ ਗੁਜ਼ਾਰਾ ਕਰਨ ਲੱਗੇ। ਪਿੰਡੇ ਤੋਂ ਵੀ ਨੰਗੇ ਰਹਿਣ ਲੱਗੇ, ਭਾਵ ਤੇੜ ਵਾਲੇ ਕੱਪੜੇ ਹੀ ਕੋਲ ਰਹਿ ਗਏ, ਤਨ ਕਰਕੇ ਨੰਗੇ ਰਹਿਣ ਲੱਗੇ। ਕੱਪੜਿਆਂ ਦਾ ਵੀ ਬੜਾ ਬੁਰਾ ਹਾਲ ਹੋਇਆ, ਉਹ ਵੀ ਪਾਉਣ ਲਈ ਨਾ ਰਹੇ। ਹਾਲਾਤ ਐਨੇ ਭੈੜੇ ਹੋ ਗਏ ਕਿ ਅਜਾਮਲ ਪਾਗਲਾਂ ਵਾਂਗ ਖਿਝ ਕੇ ਲੋਕਾਂ ਦੇ ਗਲ ਪੈਣ ਲੱਗਾ। ਸਰੀਰ ਕਮਜ਼ੋਰ ਹੋ ਗਿਆ, ਬਹੁਤ ਜ਼ਿਆਦਾ ਸਰੀਰ ਕਮਜ਼ੋਰ ਹੋ ਗਿਆ, ਭੁੱਖ ਕਾਰਨ, ਗਰੀਬੀ ਕਾਰਨ। ਤਾਂ ਫਿਰ ਵੀ ਉਹ ਵਿਸ਼ੇ ਵਿਕਾਰਾਂ ਵਿੱਚ ਕਲਾਵੰਤੀ ਤੇ ਅਜਾਮਲ ਖਚਿਤ ਰਹੇ। ਇਸ ਤਰ੍ਹਾਂ ਸਮਾਂ ਪਾ ਕੇ ਉਹਨਾਂ ਦੇ ਘਰ ਹੋਰ ਪੁੱਤਰ ਹੋਏ ਤੇ ਕੁੱਲ 7 ਪੁੱਤਰ ਹੋ ਗਏ ਉਹਨਾਂ ਦੇ ਘਰ। 7ਵੇਂ ਪੁੱਤਰ ਦਾ ਨਾਮ ਦੇਵਨੇਤ ਨਾਲ ਅਜਾਮਲ ਨੇ ਨਾਰਾਇਣ ਰੱਖਿਆ। ਭਾਈ ਗੁਰਦਾਸ ਜੀ ਅਜਾਮਲ ਪ੍ਰਥਾਏ ਇਸ ਤਰ੍ਹਾਂ ਲਿਖਦੇ ਹਨ: ਪਤਤ ਅਜਾਮਲ ਪਾਪ ਕਰ ਜਾਏ ਕਲਾਵਣੀ ਦੇ ਰਿਹਾ, ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੇ ਦੁਰਮਤ ਦੇਹਾ, ਬਿਰਥਾ ਜਨਮ ਗਵਾਈਨ ਭਵਜਲ ਅੰਦਰ ਫਿਰਦਾ ਵਹਿਆ, 6 ਪੁੱਤ ਜਾਏ ਵੇਸਵਾ ਪਾਪਾਂ ਦਾ ਫਲ ਇੱਛੇ ਲਹਿਆ, ਪੁੱਤ ਉਪੰਨਾ 7ਵਾਂ ਨਾਉ ਧਰਨੋ ਚਿਤ ਉਮਹਿਆ, ਗੁਰੂ ਦੁਆਰੈ ਜਾਇ ਕੈ ਗੁਰਮੁਖ ਨਾਉ ਨਾਰਾਇਣ ਕਹਿਆ। ਉਸਨੇ 7ਵੇਂ ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ। ਦੁਖੀ ਹੋਣ ਲੱਗਾ। ਉਹ ਪਾਪਾਂ ਤੇ ਦੁੱਖਾਂ ਦਾ ਇੱਕ ਪੁਤਲਾ ਜਿਹਾ ਬਣ ਗਿਆ ਸੀਗਾ। ਉਹ ਸਵੇਰੇ ਜੰਗਲ ਨੂੰ ਚਲਿਆ ਜਾਂਦਾ ਤੇ ਸ਼ਾਮ ਨੂੰ ਸ਼ਿਕਾਰ ਕਰਕੇ ਮੁੜ ਆਉਂਦਾ। ਕਲਾਵੰਤੀ ਵੀ ਹੁਣ ਇੱਕ ਭਾਰੀ ਗ੍ਰਿਸਤਨ ਬਣ ਗਈ ਸੀ। ਉਸਦਾ ਰੂਪ ਢਲ ਗਿਆ ਸੀ। 7 ਬੱਚਿਆਂ ਦੀ ਮਾਂ ਬਣ ਗਈ ਸੀ ਅਤੇ ਉਹ ਵੀ ਹੁਣ ਗ੍ਰਸਤੀ ਜੀਵਨ ਦੇ ਵਿੱਚ ਬਹੁਤ ਦੁਖੀ ਰਹਿੰਦੀ ਸੀ। ਇਸਤਰੀ ਪੁਰਸ਼ ਦਾ ਇਹ ਸੁਭਾਅ ਹੀ ਹੈ ਕਿ ਜਦੋਂ ਦੁੱਖ ਕਸ਼ਟ ਤਨ ਨੂੰ ਆ ਲੱਗਦੇ ਹਨ ਤਾਂ ਮਨੁੱਖ ਨੂੰ ਭਗਵਾਨ ਦੀ ਯਾਦ ਆਉਂਦੀ ਹੈ ਜਾਂ ਨੇਕੀਆਂ ਯਾਦ ਆਉਂਦੀਆਂ ਹਨ। ਕਲਾਵੰਤੀ ਨੂੰ ਵੀ ਪਛਤਾਵਾ ਹੋਣ ਲੱਗਾ ਕਿ ਉਸਨੇ ਇੱਕ ਉੱਚ ਜਾਤੀ ਦੇ ਬ੍ਰਾਹਮਣ ਦਾ ਜੀਵਨ ਨਸ਼ਟ ਕੀਤਾ ਤੇ ਆਪਣਾ ਵੀ ਜੀਵਨ ਨਸ਼ਟ ਕੀਤਾ। ਪਾਪਣ ਬਣ ਗਈ ਹਾਂ ਮੈਂ। ਜੇ ਰਾਜੇ ਕੋਲੋਂ ਖਿਮਾ ਮੰਗ ਲੈਂਦੀ ਤਾਂ ਇੰਨਾ ਕਸ਼ਟ ਨਾ ਪਾਉਂਦੀ। ਉਹ ਝੌਂਪੜੀ ਵਿੱਚ ਬੈਠੀ ਹੋਈ ਬਾਹਰ ਆਉਂਦੇ ਜਾਂਦੇ ਭਲੇ ਪੁਰਸ਼ਾਂ ਨੂੰ ਤੇ ਸੰਤਾਂ ਮਹਾਤਮਾ ਨੂੰ ਦੇਖਦੀ ਰਹਿੰਦੀ। ਇੱਕ ਦਿਨ ਦੇਵਨੇਤ ਨਾਲ ਭਾਵ ਕੁਦਰਤੀ ਐਸਾ ਸਬੱਬ ਬਣਿਆ ਕਿ 2 ਸਾਧੂ ਉਸ ਦੀ ਝੁੱਗੀ ਕੋਲ ਠਹਿਰ ਗਏ। ਉਹ ਮਹਾਂਪੁਰਖ ਬੜੇ ਹੀ ਸਿਆਣੇ ਤੇ ਵਿਦਵਾਨ ਸਨ। ਤਤ ਬੇਤਾ ਮਹਾਂਪੁਰਖ ਸਨ, ਭਗਵਾਨ ਦਾ ਰੂਪ ਸਨ। ਪਰ ਕਲਾਵੰਤੀ ਕੋਲ ਉਹਨਾਂ ਨੂੰ ਦੇਣ ਵਾਸਤੇ, ਉਹਨਾਂ ਨੂੰ ਖਵਾਉਣ ਵਾਸਤੇ ਕੁਝ ਨਹੀਂ ਸੀ।
ਜਦ ਅਜਾਮਲ ਸ਼ਾਮ ਨੂੰ ਆਇਆ ਤਾਂ ਬਹੁਤ ਸਾਰੀਆਂ ਚਿੜੀਆਂ, ਬਟੇਰੇ, ਕਬੂਤਰ ਆਦਿਕ ਮਾਰ ਕੇ ਲਿਆਇਆ। ਤਾਂ ਕਲਾਵੰਤੀ ਨੂੰ ਕਹਿਣ ਲੱਗਾ ਕਿ ਇਹਨਾਂ ਨੂੰ ਭੁੰਨ ਲੈ, ਜਲਦੀ ਆਪਾਂ ਖਾਈਏ, ਬਹੁਤ ਭੁੱਖ ਲੱਗੀ ਆ। ਕਲਾਵੰਤੀ ਨੇ ਕਿਹਾ ਕਿ ਹੇ ਪਤੀ ਦੇਵ, ਅੱਗੇ ਹੀ ਪਤਾ ਨਹੀਂ ਅਸੀਂ ਆਪਣੇ ਕਰਮਾਂ ਦੇ, ਪਾਪਾਂ ਦੇ ਕਿੰਨੇ ਹੀ ਦੁੱਖ ਭੋਗ ਰਹੇ ਹਾਂ, ਸਾਡੀ ਆਹ ਦਸ਼ਾ ਹੋ ਗਈ ਹੈ। ਅਸਾਂ ਨੂੰ ਅੱਜ ਮਾਸ ਨਹੀਂ ਭੁੰਨਣਾ ਚਾਹੀਦਾ। ਆਪਣੀ ਝੌਂਪੜੀ ਦੇ ਲਾਗੇ 2 ਵੈਸ਼ਨੂ ਸਾਧੂ ਆਏ ਹੋਏ ਹਨ। ਹੋ ਸਕਦਾ ਸਾਨੂੰ ਕੋਈ ਚੰਗਾ ਬਚਨ ਹੀ ਕਰ ਜਾਣ, ਜਿਸ ਦੇ ਨਾਲ ਸਾਡੇ ਜੀਵਨ ਵਿੱਚ ਕੋਈ ਸੁੱਖ ਦੀ ਘੜੀ ਆ ਜਾਏ। ਸੁਣਿਆ ਹੈ ਕਿ ਸਾਧੂ ਭਗਵਾਨ ਦੇ ਭਗਤ ਹੁੰਦੇ ਹਨ ਤੇ ਆਪਾਂ ਨੂੰ ਉਹਨਾਂ ਦੀ ਕਿਸੇ ਤਰੀਕੇ ਨਾਲ ਸੇਵਾ ਕਰਨੀ ਚਾਹੀਦੀ ਹੈ। ਅੱਜ ਮਾਸ ਵਗੈਰਾ ਨਹੀਂ ਖਾਣਾ ਚਾਹੀਦਾ। ਅਜਾਮਲ ਨੇ ਕਿਹਾ ਠੀਕ ਹੈ ਕਲਾਵੰਤੀ, ਗੱਲ ਤਾਂ ਤੇਰੀ ਠੀਕ ਹੈ, ਪਰ ਅਸੀਂ ਉਹਨਾਂ ਦੀ ਕੀ ਸੇਵਾ ਕਰੀਏ ਤੇ ਆਪ ਵੀ ਕੀ ਖਾਈਏ? ਉਹ ਮਹਿਮਾਨ ਹਨ, ਘਰ ਆਏ ਅਤਿਥੀ ਨੂੰ ਭੋਜਨ ਨਾ ਦੇਣਾ ਵੀ ਘੋਰ ਪਾਪ ਹੁੰਦਾ ਹੈ। ਕਲਾਵੰਤੀ ਕਹਿਣ ਲੱਗੀ, ਹਾਂ ਜੀ ਤੁਹਾਡੀ ਗੱਲ ਠੀਕ ਹੈ, ਇਹਨਾਂ ਨੂੰ ਕੀ ਖਾਣ ਨੂੰ ਦਈਏ? ਫਿਰ ਉਸਨੂੰ ਯਾਦ ਆਇਆ, ਕਹਿੰਦੀ ਹਾਂ, ਕੁਝ ਦਾਣੇ ਭੁੱਜੇ ਹੋਏ ਆਪਣੇ ਭੜੋਲੀ ਦੇ ਵਿੱਚ, ਘੜੇ ਵਿੱਚ ਪਏ ਹੋਏ ਹਨ ਅਤੇ ਗੁੜ ਵੀ ਪਿਆ ਹੋਇਆ ਆਪਣੇ ਘਰ ਵਿੱਚ। ਉਹ ਗੁੜ ਤੇ ਭੁੱਜੇ ਹੋਏ ਦਾਣੇ ਆਪਾਂ ਇਹਨਾਂ ਨੂੰ 2-2, 4-4 ਮੁੱਠੀਆਂ ਦੇ ਦਿੰਦੇ ਹਾਂ ਤੇ ਆਪਾਂ ਵੀ ਉਹੀ ਗੁੜ ਅਤੇ ਭੁੱਜੇ ਹੋਏ ਦਾਣੇ ਸਬਰ ਸੰਤੋਖ ਨਾਲ ਖਾ ਕੇ ਰਾਤ ਕੱਟ ਲੈਂਦੇ ਆ। ਸਵੇਰੇ ਜੋ ਹੋਏਗਾ ਸੋ ਦੇਖੀ ਜਾਏਗੀ। ਅਜਾਮਲ ਕਹਿਣ ਲੱਗਾ, ਇਹ ਤੇਰੀ ਗੱਲ ਠੀਕ ਹੈ, ਐਸਾ ਹੀ ਕਰੋ, ਇਸ ਤਰ੍ਹਾਂ ਹੀ ਕਰਦੇ ਹਾਂ ਆਪਾਂ। ਪਤੀ ਪਤਨੀ ਨੇ ਭੁੱਜੇ ਹੋਏ ਦਾਣੇ ਤੇ ਗੁੜ ਸਾਧੂਆਂ ਨੂੰ ਦਿੱਤਾ ਅਤੇ ਬੇਨਤੀ ਕੀਤੀ, ਮਹਾਰਾਜ ਸਾਡੇ ਕੋਲ ਇਹੋ ਹੀ ਕੁਝ ਹੈ, ਅਸੀਂ ਬਹੁਤ ਗਰੀਬ ਹਾਂ ਤੇ ਪਾਪੀ ਹਾਂ, ਕਿਰਪਾ ਕਰੋ ਸਾਡੇ ਤੇ ਦਇਆ ਕਰੋ ਮਹਾਰਾਜ। ਸਾਡੇ ਬਦਲੇ ਤੁਸੀਂ ਭਗਵਾਨ ਅੱਗੇ ਪ੍ਰਾਰਥਨਾ ਕਰੋ, ਅਰਦਾਸ ਕਰੋ, ਸਾਡੇ ਉੱਤੇ ਕੋਈ ਸੁੱਖਾਂ ਦਾ ਦਿਨ ਆ ਜਾਵੇ। ਉਹਨਾਂ ਭਗਵਾਨ ਰੂਪ ਸਾਧੂ ਮਹਾਂਪੁਰਖਾਂ ਨੇ ਕਿਹਾ ਕਿ ਹੇ ਅਜਾਮਲ, ਅਸੀਂ ਆਪਣੀ ਤ੍ਰਿਕਾਲ ਦ੍ਰਿਸ਼ਟੀ ਨਾਲ ਚੰਗੀ ਤਰ੍ਹਾਂ ਦੇਖ ਲਿਆ, ਤੁਸੀਂ ਬ੍ਰਾਹਮਣ ਦੇ ਪੁੱਤਰ ਹੋ। ਵਾਸ਼ਨਾ ਦੀ ਅਗਨੀ ਨੇ ਤੁਹਾਡੀ ਅਕਲ ਭਸਮ ਕਰ ਦਿੱਤੀ ਸੀ, ਤੁਹਾਡੀ ਬੁੱਧੀ ਨੂੰ ਭਸਮ ਕਰ ਦਿੱਤਾ ਵਾਸ਼ਨਾ ਦੀ ਅਗਨੀ ਨੇ। ਪਰ ਤੁਸੀਂ ਫਿਕਰ ਨਾ ਕਰੋ, ਛੇਤੀ ਹੀ ਤੁਹਾਡੀ ਕਲਿਆਣ ਹੋਵੇਗੀ। ਜੋ ਆਪਣੇ ਪੁੱਤਰ ਦਾ ਨਾਮ ਤੁਸੀਂ ਨਾਰਾਇਣ ਰੱਖਿਆ ਹੈ ਨਾ, ਇਹ ਵੀ ਇੱਕ ਪ੍ਰਮਾਤਮਾ ਦੀ ਪ੍ਰੇਰਨਾ ਹੈ ਤੁਹਾਨੂੰ, ਕਿ ਤੁਹਾਡੇ ਮੂੰਹੋਂ ਜਾਂ ਤੁਹਾਡੇ ਮਨ ਵਿੱਚ ਖਿਆਲ ਆਇਆ ਕਿ ਇਸ ਬੱਚੇ ਦਾ ਨਾਮ ਨਾਰਾਇਣ ਰੱਖਿਆ ਜਾਵੇ। ਇਹ ਵੀ ਪ੍ਰਮਾਤਮਾ ਦੀ ਪ੍ਰੇਰਨਾ ਸੀ ਤੇ ਤੁਸੀਂ ਆਪਣੇ 7ਵੇਂ ਬੱਚੇ ਦਾ ਨਾਮ ਨਾਰਾਇਣ ਰੱਖਿਆ। ਸੋ ਹੇ ਅਜਾਮਲ, ਹੁਣ ਤੂੰ ਇਸ 7ਵੇਂ ਬੱਚੇ, ਨਾਰਾਇਣ ਨਾਮ ਵਾਲੇ 7ਵੇਂ ਬੱਚੇ ਨਾਲ ਬਹੁਤ ਪਿਆਰ ਕਰੋ ਤੇ ਇਸ ਨੂੰ ਹਰ ਵੇਲੇ ਨਾਰਾਇਣ ਨਾਰਾਇਣ ਕਹਿੰਦੇ ਰਹੋ। ਨਾਰਾਇਣ ਨਾਰਾਇਣ ਕਹਿ ਕੇ ਪੁਕਾਰੋ। ਇੱਕ ਦਿਨ ਜ਼ਰੂਰ ਨਾਰਾਇਣ ਤੁਹਾਡੀ ਪੁਕਾਰ ਸੁਣ ਲਵੇਗਾ। ਸਾਧੂ ਮਹਾਤਮਾ ਬਚਨ ਕਰਕੇ ਸਵੇਰੇ ਚੱਲਦੇ ਬਣੇ। ਅਜਾਮਲ ਨੇ ਆਪਣੇ ਪੁੱਤਰ ਨੂੰ ਚੁੱਕ ਲਿਆ ਤੇ ਉਸ ਦੇ ਨਾਲ ਬਹੁਤ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਹਰ ਵੇਲੇ ਆਪਣੇ ਪੁੱਤਰ ਨੂੰ ਨਾਰਾਇਣ ਨਾਰਾਇਣ ਕਰਕੇ ਬੁਲਾਉਂਦਾ ਰਹੇ। ਪੁੱਤਰ ਨਾਰਾਇਣ, ਆ ਬੇਟਾ ਨਾਰਾਇਣ, ਰੋਟੀ ਖਾ ਲਓ ਨਾਰਾਇਣ, ਦੁੱਧ ਪੀ ਲਓ ਨਾਰਾਇਣ। ਇਸ ਤਰ੍ਹਾਂ ਦੇ ਨਾਲ ਹਰ ਗੱਲ ਦੇ ਨਾਲ ਉਹ ਨਾਰਾਇਣ ਬੋਲਣ ਲੱਗਾ। ਇਸ ਤਰ੍ਹਾਂ ਦੀਆਂ ਗੱਲਾਂ ਤੇ ਬੋਲਣ ਲੱਗਾ। ਹੌਲੀ ਹੌਲੀ ਉਸਦੇ ਆਪ ਦੇ ਮੂੰਹੋਂ ਨਿਕਲੇ ਹੀ ਨਾਰਾਇਣ ਰੂਪੀ ਬੋਲ ਉਸਦੇ ਮਨ ਨੂੰ ਸ਼ਾਂਤੀ ਦੇਣ ਲੱਗੇ।
ਪ੍ਰਭੂ ਦੀ ਕੁਛ ਐਸੀ ਲੀਲਾ ਹੋਈ ਕਿ ਅਜਾਮਲ ਜੰਗਲ ਦੇ ਵਿੱਚੋਂ ਜੋ ਵੀ ਸ਼ਿਕਾਰ ਕਰਕੇ ਲਿਆਉਂਦਾ ਸੀਗਾ, ਜਾਨਵਰ ਮਾਰ ਕੇ ਲਿਆਉਂਦਾ ਸੀ, ਉਹ ਆਪ ਵੀ ਖਾਂਦਾ ਸੀ ਪਰਿਵਾਰ ਸਮੇਤ, ਅਤੇ ਉਹ ਵੇਚਦਾ ਵੀ ਸੀ। ਸੋ ਉਸ ਦਾ ਲਿਆਂਦਾ ਹੋਇਆ ਸ਼ਿਕਾਰ ਜਲਦੀ ਜਲਦੀ ਤੇ ਬਹੁਤ ਜ਼ਿਆਦਾ ਵਿਕਣ ਲੱਗਾ। ਇਸ ਤਰੀਕੇ ਨਾਲ ਅਜਾਮਲ ਦੇ ਕੋਲ 4 ਪੈਸੇ ਆਉਣ ਲੱਗੇ ਅਤੇ ਅਜਾਮਲ ਤੇ ਉਸ ਦਾ ਪਰਿਵਾਰ ਚੰਗਾ ਪੇਟ ਭਰ ਕੇ ਖਾਣਾ ਖਾਣ ਲੱਗ ਗਏ। ਉਸ ਦੇ ਦਿਨ ਬਹੁਤ ਚੰਗੇ ਬਤੀਤ ਹੋਣ ਲੱਗੇ। ਅਜਾਮਲ ਤੇ ਕਲਾਵੰਤੀ ਝੁੱਗੀ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਜੀਵਨ ਵਿੱਚ ਕੁਝ ਸੁੱਖ ਅਨੁਭਵ ਕਰ ਰਹੇ ਸਨ। ਕਾਲ ਮਹਾਬਲੀ ਹੈ, ਕਾਲ ਦੀ ਮਾਰ ਤੋਂ ਕੋਈ ਨਹੀਂ ਬਚ ਸਕਦਾ। ਜੋ ਦਿਸਦਾ ਹੈ ਸਭ ਚੱਲਣਹਾਰ ਹੈ। ਸਭ ਦੇ ਕਾਰਜ ਅਧੂਰੇ ਹੀ ਰਹਿ ਜਾਂਦੇ ਆ ਜਦੋਂ ਕਾਲ ਦਾ ਸੱਦਾ ਆ ਜਾਂਦਾ ਹੈ। ਕਾਲ ਦਾ ਭਾਰੀ ਹੱਥ ਹਰ ਇੱਕ ਦੇ ਸਿਰ ਉੱਤੇ ਉੱਪਰ ਰੱਖਿਆ ਜਾਂਦਾ ਹੈ। ਇਹ ਪ੍ਰਮਾਤਮਾ ਦੀ ਰੀਤ ਹੈ। ਅਜਾਮਲ ਦਾ ਵੀ ਅੰਤ ਆ ਗਿਆ। ਅਜਾਮਲ ਦਾ ਵੀ ਅੰਤ ਕਾਲ ਆ ਗਿਆ। ਉਹ ਬਿਮਾਰ ਪੈ ਗਿਆ ਤੇ ਬਿਮਾਰੀ ਵੀ ਉਸਨੂੰ ਕਸ਼ਟ ਦੇਣ ਵਾਲੀ ਲੱਗੀ। ਕਸ਼ਟ ਵਾਲੀ ਬਿਮਾਰੀ ਨਾਲ ਦੁਖੀ ਹੋ ਕੇ ਦੁੱਖ ਦਰਦ ਦਾ ਮਾਰਿਆ ਹੋਇਆ ਅਜਾਮਲ ਨਾਰਾਇਣ ਨਾਰਾਇਣ ਬੋਲਣ ਲੱਗਾ। ਆਪਣੀ ਹਰ ਸਰੀਰਕ ਲੋੜ ਪੂਰੀ ਕਰਨ ਵਾਸਤੇ ਆਪਣੇ ਨਾਰਾਇਣ ਪੁੱਤਰ ਨੂੰ ਬੁਲਾਉਂਦਾ। ਨਾਰਾਇਣ ਪੁੱਤਰ ਪਾਣੀ ਦੇ, ਨਾਰਾਇਣ ਪੁੱਤਰ ਮੈਨੂੰ ਪਾਸਾ ਦਵਾ ਦੇ, ਨਾਰਾਇਣ ਪੁੱਤਰ ਮੈਨੂੰ ਬੈਠਾ ਕਰ ਦੇ। ਇਸ ਤਰ੍ਹਾਂ ਦੇ ਨਾਲ ਇੱਕ ਦਿਨ ਐਸਾ ਆਇਆ ਜਦੋਂ ਅਜਾਮਲ ਦੀਆਂ ਅੱਖਾਂ ਮੀਟੀਆਂ ਜਾਣੀਆਂ ਸਨ। ਉਸ ਦਾ ਅੰਤ ਸਮਾਂ ਆ ਗਿਆ। ਉਸ ਦੇ ਸਾਹਮਣੇ ਜਮਦੂਤ ਖਲੋਤੇ ਹੋਏ ਸਨ। ਉਸ ਨੂੰ ਜਮਦੂਤ ਖਲੋਤੇ ਹੋਏ ਨਜ਼ਰ ਆਉਣ ਲੱਗੇ। ਨਰਕਾਂ ਦੀ ਬਲਦੀ ਹੋਈ ਅੱਗ ਉਸ ਨੂੰ ਦਿਖਾਈ ਦੇਣ ਲੱਗੀ, ਜੋ ਬਹੁਤ ਭਿਆਨਕ ਰੂਪ ਵਿੱਚ ਬਲ ਰਹੀ ਸੀ। ਪਾਪੀਆਂ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਰਹੀ ਸੀ ਉਹਦੇ ਵਿੱਚ ਸੁੱਟ ਸੁੱਟ ਕੇ। ਉਹਨਾਂ ਪਾਪੀਆਂ ਤੇ ਗੁਨਾਹਗਾਰਾਂ ਦਾ ਜਿਨ੍ਹਾਂ ਨੂੰ ਨਰਕਾਂ ਦੀ ਬਲਦੀ ਹੋਈ ਅੱਗ ਵਿੱਚ ਸਜ਼ਾ ਦਿੱਤੀ ਜਾ ਰਹੀ ਸੀ, ਉਹਨਾਂ ਦੀ ਡਰਾਉਣੀ ਹੋਈ ਦਸ਼ਾ ਨੂੰ ਦੇਖ ਕੇ ਤੇ ਨਰਕਾਂ ਦੀ ਐਸੀ ਝਾਕੀ ਦੇਖ ਕੇ ਅਤੇ ਆਪਣਾ ਅੰਤਕਾਲ ਨੇੜੇ ਆਇਆ ਜਾਣ ਕੇ ਅਜਾਮਲ ਨੇ ਉੱਚੀ ਉੱਚੀ ਨਾਰਾਇਣ 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 ਦਾ ਆਵਾਜ਼ਾ ਦਿੱਤਾ। ਨਾਰਾਇਣ ਨਾਰਾਇਣ ਆਖਣ ਲੱਗਾ। ਅਜਾਮਲ ਪਾਪੀ ਨੇ ਆਵਾਜ਼ ਤਾਂ ਭਾਵੇਂ ਆਪਣੇ ਪੁੱਤਰ ਨੂੰ ਦਿੱਤੀ ਸੀ, ਪਰ ਅੱਜ ਦੇ ਸ਼ਬਦਾਂ ਵਿੱਚ ਉਸਨੇ ਨਾਰਾਇਣ ਸ਼ਬਦ ਨਾਲ ਪੁੱਤਰ ਸ਼ਬਦ ਨਹੀਂ ਵਰਤਿਆ ਸੀ, ਨਾਰਾਇਣ ਨਾਰਾਇਣ ਹੀ ਵਰਤਿਆ ਸੀ। ਤੇ ਇਸ ਨਾਰਾਇਣ ਨਾਰਾਇਣ ਕਹਿਣ ਦੇ ਨਾਲ ਸੱਚ ਹੀ ਉਸ ਦੀ ਕਲਿਆਣ ਹੋ ਗਈ। ਜਿਉਂ ਹੀ ਉਸਨੇ ਨਾਰਾਇਣ ਨਾਰਾਇਣ ਕਿਹਾ, ਤਿਉਂ ਹੀ ਧਰਮਰਾਜ ਦੇ ਜਮਦੂਤ ਪਾਸੇ ਹਟ ਗਏ। ਅਜਾਮਲ ਦੀ ਜਾਨ ਕੱਢਣ ਲੱਗੇ ਸੀ, ਛੱਡ ਦਿੱਤਾ, ਪਾਸੇ ਹਟ ਗਏ। ਫਿਰ ਅਚਾਨਕ ਇੱਕ ਰੋਸ਼ਨੀ ਹੋਈ, ਨਰਸਿੰਘੇ ਵੱਜੇ, ਸ਼ੰਖ ਵੱਜੇ ਤੇ ਉਧਰੋਂ ਆਤਮਾ ਨੇ ਸਰੀਰ ਨੂੰ ਛੱਡਿਆ। ਅਜਾਮਲ ਦੀ ਆਤਮਾ ਨੇ ਜਦੋਂ ਸਰੀਰ ਨੂੰ ਛੱਡਿਆ ਤਾਂ ਇੱਕ ਪਾਸੇ ਤੋਂ ਫੁੱਲਾਂ ਦਾ ਸਜਿਆ ਹੋਇਆ ਸੋਹਣਾ ਬਿਬਾਨ ਆਇਆ। ਅਜਾਮਲ ਦੀ ਰੂਹ ਉਸ ਬਿਬਾਨ ਵਿੱਚ ਬੈਠ ਕੇ ਸਵਰਗਾਂ ਨੂੰ ਚਲੀ ਗਈ। ਅੰਤ ਸਮੇਂ ਇੱਕ ਛਿਨ ਪਲ ਦੇ ਵਿੱਚ ਨਾਰਾਇਣ ਕਹਿਣ ਨਾਲ ਅਜਾਮਲ ਵਰਗਾ ਪਾਪੀ ਵੀ ਤਰ ਗਿਆ। ਤਿਸ ਪ੍ਰਥਾਏ ਚੌਥੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ
ਆਪਣੀ ਪਾਵਨ ਬਾਣੀ ਦੇ ਵਿੱਚ ਬਚਨ ਕਰਦੇ ਹਨ। ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ। ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਰ ਨਾਰਾਇਣ ਬੁਲਾਰੇ। ਮੇਰੇ ਠਾਕਰ ਕੇ ਮਨ ਭਾਏ ਭਾਵਨੀ, ਜਮ ਕੰਕਰ ਮਾਰ ਬਦਾਰੇ। ਇਹ ਗੁਰੂ ਰਾਮਦਾਸ ਜੀ ਦਾ ਬਚਨ ਆ ਕਿ ਅਜਾਮਲ ਨੇ ਭਾਵੇਂ ਆਪਣੇ ਪੁੱਤਰ ਨਾਲ ਪ੍ਰੀਤ ਕਰਕੇ ਨਾਰਾਇਣ ਨਾਰਾਇਣ ਰਟਣਾ ਸ਼ੁਰੂ ਕੀਤਾ ਸੀ। ਨਾਰਾਇਣ ਨਾਰਾਇਣ ਕਰ ਨਾਰਾਇਣ ਬੁਲਾਰੇ, ਨਾਰਾਇਣ ਨਾਰਾਇਣ ਕਹਿ ਕੇ ਆਪਣੇ ਪੁੱਤਰ ਨੂੰ ਬੁਲਾਉਂਦਾ ਸੀ। ਪਰ ਉਹ ਆਵਾਜ਼ ਇੱਕ ਦਿਨ ਵਾਹਿਗੁਰੂ ਈਸ਼ਵਰ ਕੋਲ ਪਹੁੰਚ ਗਈ। ਮੇਰੇ ਠਾਕਰ ਕੇ ਮਨ ਭਾਏ ਭਾਵਨੀ। ਗੁਰੂ ਰਾਮਦਾਸ ਜੀ ਕਹਿੰਦੇ ਕਿ ਮੇਰੇ ਠਾਕਰ ਵਾਹਿਗੁਰੂ ਈਸ਼ਵਰ ਪ੍ਰਮਾਤਮਾ ਦੇ ਮਨ ਨੂੰ ਨਾਰਾਇਣ ਦੀ ਵਾਲੀ ਪ੍ਰੀਤ, ਨਾਰਾਇਣ ਵਾਲੇ ਬੋਲ ਅਜਾਮਲ ਦੇ ਬੋਲੇ ਹੋਏ ਮੇਰੇ ਠਾਕਰ ਵਾਹਿਗੁਰੂ ਨੂੰ ਭਾ ਗਏ, ਚੰਗੇ ਲੱਗੇ। ਤੇ ਫਿਰ ਅੰਤ ਸਮੇਂ ਜਮ ਕੰਕਰ ਮਾਰ ਬਦਾਰੇ। ਜਮ ਕੰਕਰਾਂ ਨੂੰ ਮਾਰ ਭਜਾਇਆ ਤੇ ਦੇਵਗਣਾਂ ਨੂੰ ਲਿਆ ਕੇ ਅਜਾਮਲ ਦੀ ਰੂਹ ਨੂੰ ਵਿਮਾਨ ਵਿੱਚ ਬਿਠਾ ਕੇ ਸਵਰਗਾਂ ਨੂੰ ਲਿਜਾਇਆ ਗਿਆ। ਇਹ ਪ੍ਰੀਤ ਵਾਲੀ ਪੰਗਤੀ ਆਪਾਂ ਗੁਰੂ ਰਾਮਦਾਸ ਜੀ ਦੀ ਦੁਆਰਾ ਪੜ੍ਹਦੇ ਹਾਂ। ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਰ ਨਾਰਾਇਣ ਬੁਲਾਰੇ। ਮੇਰੇ ਠਾਕਰ ਕੇ ਮਨ ਭਾਏ ਭਾਵਨੀ, ਜਮ ਕੰਕਰ ਮਾਰ ਬਦਾਰੇ। ਸੋ ਪਿਆਰੀ ਸਾਧ ਸੰਗਤ ਜੀ, ਇਹ ਸੀ ਅਜਾਮਲ ਦੀ ਕਥਾ। ਸੋ ਵਿਦਵਾਨ ਪੁਰਸ਼ਾਂ ਦਾ ਕਥਨ ਹੈ, ਲੇਖਕਾਂ ਦਾ ਕਥਨ ਹੈ, ਵਿਦਵਾਨਾਂ ਦਾ ਕਥਨ ਹੈ ਕਿ ਜੋ ਕੋਈ ਅਜਾਮਲ ਦੀ ਕਥਾ ਨੂੰ ਸੁਣੇਗਾ ਉਸ ਨੂੰ ਕਦੇ ਵੀ ਵਿਸ਼ੇ ਵਿਕਾਰ ਤੇ ਕਾਮ ਤੰਗ ਨਹੀਂ ਕਰਨਗੇ। ਉਹ ਉੱਚੇ ਕਰੈਕਟਰ ਵਾਲਾ, ਉੱਚੇ ਚਾਲ ਚੱਲਣ ਵਾਲਾ, ਅੱਛੇ ਕਰੈਕਟਰ ਵਾਲਾ ਬਣ ਜਾਏਗਾ। ਅਜਾਮਲ ਦੀ ਕਥਾ ਸੁਣਨ ਦੇ ਨਾਲ ਜੀਵਨ ਦੇ ਸਾਰੇ ਪਾਪ ਝੜ ਜਾਂਦੇ ਹਨ ਤੇ ਅੰਤ ਸਮੇਂ ਉਸ ਜੀਵ ਦੀ ਕਲਿਆਣ ਹੁੰਦੀ ਹੈ, ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਸੋ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ, ਅਜਾਮਲ ਦੀ ਗਾਥਾ ਗੁਰਬਾਣੀ ਦੇ ਪ੍ਰਮਾਣ ਦਿੰਦਿਆਂ ਹੋਇਆਂ, ਕੋਈ ਸ਼ਬਦ ਦੀ ਬੋਲ ਦੀ ਗਲਤੀ ਹੋ ਗਈ ਹੋਵੇ ਤਾਂ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।